ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਤੁਸੀਂ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰ ਪਾ ਰਹੇ ਹੋ, ਸੋ ਇਹ ਸਥਾਨ ਦਸਮ ਪਾਤਸ਼ਾਹ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਸਥਾਨ ਵਜੋਂ ਜਾਣੇ ਜਾਂਦੇ ਇਸ ਸਥਾਨ ਦਾ ਵਰਣਨ ਦਸਮ ਪਾਤਸ਼ਾਹ ਜੀ ਨੇ ਆਪਣੀ ਮਹਾਨ ਕ੍ਰਿਤ ਬਚਿੱਤਰ ਨਾਟਕ ਵਿੱਚ ਵੀ ਕੀਤਾ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, अब मैं अपनी कथा बखानू, हेमकूट पर्वत है जहाँ, सप्त श्रृंग शोभित है तहाँ, तय हम अधिक तपस्या साधी। सो पातशाह दी इस कृत नूं विचारदियां कुछ गुरसिखां संत सोहन सिंह जी टिहरी वाले, हवलदार मौदन सिंह अते भाई वीर सिंह जी आदि ने सिख संगतां दी मदद नाल इस अस्थान दी खोज कीती। सो उत्तराखंड सूबे दे शहर हरिद्वार तो अंदाजन 291 किलोमीटर दूर ਸਮੁੰਦਰ ਤਲ ਤੋਂ ਅੰਦਾਜ਼ਨ 15,000 ਫੁੱਟ ਦੀ ਉਚਾਈ ਤੇ ਸਥਿਤ ਅਤੇ ਚੀਨ ਦੀ ਸਰਹੱਦ ਤੋਂ 35 ਤੋਂ 40 ਕਿਲੋਮੀਟਰ ਦੂਰ ਇਸ ਅਸਥਾਨ ਦੇ ਤਿੰਨ ਪਾਸੇ ਹੇਮਕੁੰਟ ਪਰਬਤਮਾਲਾ ਦੀਆਂ 7 ਚੋਟੀਆਂ ਹਨ ਅਤੇ ਚੌਥੇ ਪਾਸੇ ਨੀਲਕੰਠ ਪਰਬਤ ਸਥਿਤ ਹੈ। ਸਾਲ ਵਿੱਚ 4 ਤੋਂ 5 ਮਹੀਨੇ ਬਰਫ਼ ਨਾਲ ਲਦੀਆਂ ਅਤੇ ਆਸਮਾਨ ਛੂੰਹਦੀਆਂ ਪਹਾੜੀ ਚੋਟੀਆਂ ਨਾਲ ਘਿਰੇ ਇਸ ਅਸਥਾਨ ਤੇ ਭਾਰ ਸਰਦੀਆਂ ਵਿੱਚ ਕਈ ਵਾਰ ਤਾਂ 30 ਤੋਂ 35 ਫੁੱਟ ਤੱਕ ਬਰਫ਼ ਪੈ ਜਾਂਦੀ ਹੈ। ਸੋ ਇਸ ਸਥਾਨ ਦੀ ਉਸਾਰੀ ਸਮੰਤ ਨਾਨਕਸ਼ਾਹੀ 468 ਭਾਵ 1936 ਈਸਵੀ ਵਿੱਚ ਹੋਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਗਸਤ ਸਤੰਬਰ 1937 ਈਸਵੀ ਵਿੱਚ ਕੀਤਾ ਗਿਆ। ਸੋ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਅੰਦਾਜ਼ਨ 1.25 ਤੋਂ 1.5 ਕਿਲੋਮੀਟਰ ਹੈ। ਸੋ ਸਰੋਵਰ ਦਾ ਜਲ ਸਰੋਤ ਪਹਾੜਾਂ ਉੱਤੇ ਪੈਣ ਵਾਲੀ ਬਰਫ਼ ਹੈ ਤੇ ਜਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦਾ ਹੈ। ਸਾਧ ਸੰਗਤ ਜੀ, ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੇ ਦੌਰਾਨ ਸਾਰੇ ਵਿਊਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਹੁਣ ਅਸੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ ਅਤੇ ਸੰਗਤਾਂ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅਸੀਂ ਟ੍ਰੇਨ ਰਾਹੀਂ ਹਰਿਦੁਆਰ ਤੱਕ ਦੀ ਤਕਰੀਬਨ 404 ਕਿਲੋਮੀਟਰ ਦੀ ਦੂਰੀ ਤੈਅ ਕਰਾਂਗੇ ਅਤੇ ਟ੍ਰੇਨ ਅੰਮ੍ਰਿਤਸਰ ਸਟੇਸ਼ਨ ਤੋਂ ਸਵੇਰੇ 6:50 ਤੇ ਤੁਰ ਪਈ ਹੈ ਅਤੇ ਇਹ ਟ੍ਰੇਨ ਹਰਿਦੁਆਰ ਰੇਲਵੇ ਸਟੇਸ਼ਨ ਵਿਖੇ ਤਕਰੀਬਨ ਦੁਪਹਿਰ ਦੇ 1:50 ਤੇ ਪਹੁੰਚੇਗੀ। ਸੋ ਹੁਣ ਸਾਡੀ ਜਿਹੜੀ ਯਾਤਰਾ ਹੈ ਉਹ ਸ਼ੁਰੂ ਹੋ ਚੁੱਕੀ ਹੈ। ਸੋ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਅਸੀਂ ਹੁਣ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰ ਰਹੇ ਹਾਂ। ਸੋ ਹੁਣ ਤੁਸੀਂ ਦੇਖ ਪਾ ਰਹੇ ਹੋ ਅੰਮ੍ਰਿਤਸਰ ਜੰਕਸ਼ਨ ਰੇਲਵੇ ਸਟੇਸ਼ਨ ਦਾ ਜਿਹੜਾ ਸਾਈਨ ਬੋਰਡ ਹੈ ਉਹ ਆ ਚੁੱਕਾ ਹੈ। ਸੋ ਇਸ ਟ੍ਰੇਨ ਨੇ ਰਫ਼ਤਾਰ ਫੜ ਲਈ ਹੈ। तो इस ट्रेन है ये अपनी रफ्तार में कवर करती हुई हरिद्वार स्टेशन वाल वध रही है। सो हुण तुसीं देख पा रहे हो कि असीं हुण रुड़की स्टेशन विखे पहुंच चुके हैं। सो रुड़की स्टेशन तो हरिद्वार स्टेशन तक की दूरी 34 किलोमीटर की है, जिसनूं तय करने लई कुछ 45 मिनट का समा होर लगेगा। तो साध संगत जी, हुण असीं हरिद्वार रेलवे स्टेशन के प्लेटफॉर्म पे पहुंच चुके हैं। ये है जी हरिद्वार रेलवे स्टेशन। हरिद्वार रेलवे स्टेशन के सामने ही बस स्टैंड है, जिथों दी ऋषिकेश जाने लई तुहानूं बस या आटो मिल जाएगा। तो जिस दे राहीं असीं ऋषिकेश श्री हेमकुंट साहिब गुरुद्वारे विखे पहुंच सकते हैं। सो तुसीं देख पा रहे हो कि हरिद्वार रेलवे स्टेशन काफ़ी खूबसूरत तैयार किया गया है। सो हुण असीं रेलवे स्टेशन के बाहर पहुंच चुके हैं। सो रेलवे स्टेशन के थोड़ा जिहा अगे जाते ही तुहानूं इसके सामने ही बस स्टैंड दिखाई दे जाएगा। इस बस स्टैंड के राहीं तुसीं ऋषिकेश नूं जाण लई बस या आटो ते सफ़र कर सकते हो। सो जेकर तुसीं आटो जाना चाहते हो तो आटो का किराया तकरीबन 70 रुपये पर व्यक्ति चार्ज किया जाता है, जिस दे राहीं तुसीं घट्टो घट्ट 1.5 घंटे का सफ़र तय करते हुए तुसीं ऋषिकेश गुरुद्वारा विखे पहुंच सकते हो। सो हुण असीं ऋषिकेश शहर विखे पहुंच चुके हैं। तुहानूं ऋषिकेश पहुंचते ही इस दे आले दुआले सुंदर पहाड़ दिखाई देण लग पैणगे। श्री हेमकुंट साहिब की यात्रा शुरू करन दा साडा पहला पड़ाव ऋषिकेश गुरुद्वारा साहिब है। सो हुण असीं श्री हेमकुंट गुरुद्वारे ऋषिकेश विखे पहुंचण वाले हां। तो श्री हेमकुंट साहिब की यात्रा शुरू करने का साडा पहला पड़ाव ऋषिकेश गुरुद्वारा साहिब है।
ਸੋ ਹੁਣ ਅਸੀਂ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਰਿਸ਼ੀਕੇਸ਼ ਵਿਖੇ ਪਹੁੰਚ ਚੁੱਕੇ ਹਾਂ। ਇਸ ਗੁਰਦੁਆਰੇ ਦੀ ਖੂਬਸੂਰਤੀ ਨੂੰ ਤੁਸੀਂ ਵੇਖ ਸਕਦੇ ਹੋ ਕਿ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਇਸ ਗੁਰਦੁਆਰੇ ਨੂੰ ਕਿੰਨੇ ਵਧੀਆ ਢੰਗ ਨਾਲ ਮੇਨਟੇਨ ਕੀਤਾ ਗਿਆ ਹੈ। ਸੋ ਇਸ ਗੁਰਦੁਆਰੇ ਥੋੜ੍ਹਾ ਜਿਹਾ ਅਸੀਂ ਅੱਗੇ ਵਧਾਂਗੇ। ਥੋੜ੍ਹਾ ਜਿਹਾ ਅੱਗੇ ਵੱਧਦੇ ਸਾਰ ਹੀ ਇਸ ਦੇ ਸੱਜੇ ਪਾਸੇ ਇਹ ਦੇਖ ਪਾ ਰਹੇ ਹੋ, ਇਹ ਸ਼੍ਰੀ ਹੇਮਕੁੰਟ ਸਾਹਿਬ, ਇਹ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਹੈ। ਹੁਣ ਅਸੀਂ ਗੁਰਦੁਆਰੇ ਦੇ ਅਗਾਂਹ ਨੂੰ ਅੱਧੇ ਹੋਏ ਟੈਰਸ ਤੇ ਜਾਂਦੇ ਹਾਂ। ਇਸ ਗੁਰਦੁਆਰੇ ਦੀ ਖੂਬਸੂਰਤੀ ਨੂੰ ਤੁਸੀਂ ਟੈਰਸ ਤੋਂ ਨਿਹਾਰ ਸਕਦੇ ਹੋ ਅਤੇ ਇਸ ਗੁਰਦੁਆਰੇ ਦੇ ਟੈਰਸ ਤੋਂ ਰਿਸ਼ੀਕੇਸ਼ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਪਹਾੜਾਂ ਵੱਲ ਝਾਤ ਮਾਰ ਸਕਦੇ ਹੋ। ਅਤੇ ਇਹ ਇੱਕ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ ਜਿੱਥੇ ਸੰਗਤਾਂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਿਸ਼ੀਕੇਸ਼ ਤੋਂ ਆਪਣਾ ਅਗਲਾ ਰਸਤਾ ਤੈਅ ਕਰਦੀਆਂ ਹਨ ਅਤੇ ਚਾਰ ਧਾਮ ਯਾਤਰਾ ਕਰਨ ਵਾਲੀਆਂ ਸੰਗਤਾਂ ਵੀ ਇੱਥੇ ਹੀ ਆਪਣੀ ਯਾਤਰਾ ਦੀ ਸ਼ੁਰੂਆਤ ਕਰਦੀਆਂ ਹਨ। ਚਲੋ ਹੁਣ ਅਸੀਂ ਰਿਸ਼ੀਕੇਸ਼ ਗੁਰਦੁਆਰੇ ਦੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਚੱਲਦੇ ਹਾਂ। ਸੋ ਸਾਧ ਸੰਗਤ ਜੀ, ਰਿਸ਼ੀਕੇਸ਼ ਗੁਰਦੁਆਰਾ ਵਿਖੇ ਸਿੱਖ ਸ਼ਹੀਦਾਂ ਦੀ ਯਾਦਗਾਰ ਨੂੰ ਦਰਸਾਇਆ ਗਿਆ ਹੈ। ਸੋ ਆਓ ਅਸੀਂ ਉਸ ਵਾਰੀ ਇੱਕ ਝਾਤ ਮਾਰ ਲੈਂਦੇ ਹਾਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋ ਸਾਧ ਸੰਗਤ ਜੀ, ਰਿਸ਼ੀਕੇਸ਼ ਗੁਰਦੁਆਰਾ ਵਿਖੇ ਸਰਾਵਾਂ ਵੀ ਬਣੀਆਂ ਹੋਈਆਂ ਨੇ ਤੇ ਤੁਸੀਂ ਇੱਥੇ ਕਮਰਾ ਬੁੱਕ ਕਰਵਾਉਣ ਲਈ ਰਿਸ਼ੀਕੇਸ਼ ਮੈਨੇਜਮੈਂਟ ਟਰਸਟ ਕੋਲ ਆਪਣਾ ਕੋਈ ਵੀ ਆਈਡੀ ਪ੍ਰੂਫ ਦਿਖਾ ਕੇ ਤੁਸੀਂ ਇੱਥੇ ਆਪਣਾ ਰੂਮ ਵੀ ਬੁੱਕ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਲੰਗਰ ਦੀ ਵੀ ਫ੍ਰੀ ਸੇਵਾ ਹੈ, ਤੁਸੀਂ ਲੰਗਰ ਵੀ ਛਕ ਸਕਦੇ ਹੋ। तो साध संगत जी, हेमकुंट साहिब की यात्रा करने लई संगतां रिषिकेश गुरुद्वारा साहिब विखे खुद जाके अपनी रजिस्ट्रेशन करवा सकदियां हन ਜਾਂ फिर रजिस्ट्रेशन ਨੂੰ ऑनलाइन भी अपने मोबाइल द्वारा किया जा सकता है, जिस दे स्टैप हेठ लिखे अनुसार हैं। सो रजिस्ट्रेशन तुहाडे लई करवानी जरूरी है। इस रजिस्ट्रेशन ਨੂੰ करवाए बिना ਤੁਸੀਂ हेमकुंट साहिब के बॉर्डर विच दाखिल नहीं हो सकते। ਤੁਹਾਨੂੰ हेमकुंट साहिब ਦੇ ਵਿੱਚ ਦਾਖਲ ਹੋਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਏਗੀ। ਇਸ ਨੂੰ ਅਸੀਂ ਕਿਸ ਤਰੀਕੇ ਨਾਲ ਕਰਾਂਗੇ, ਜਿਸ ਦਾ ਪਹਿਲਾ ਸਟੈਪ ਹੈ ਵੈਬਸਾਈਟ registrationandtouristcare.uk.gov.in/hemkund.php ਸਾਈਟ ਨੂੰ ਤੁਸੀਂ ਆਪਣੇ ਮੋਬਾਈਲ ਤੇ ਕਿਸੇ ਵੀ ਵੈਬ ਬ੍ਰਾਊਜ਼ਰ ਵਿੱਚ ਟਾਈਪ ਕਰੋ। ਟੌਪ ਤੇ ਨਜ਼ਰ ਆ ਰਹੇ ਰਜਿਸਟ੍ਰੇਸ਼ਨ ਜਾਂ ਲੌਗਇਨ ਆਪਸ਼ਨ ਤੇ ਕਲਿੱਕ ਕਰੋ। ਰਜਿਸਟਰ ਫਾਰਮ ਵਿੱਚ ਆਪਣੀ ਡਿਟੇਲ ਭਰੋ ਅਤੇ ਸਾਈਨ ਅਪ ਬਟਨ ਤੇ ਕਲਿੱਕ ਕਰੋ। ਰਜਿਸਟਰ ਫਾਰਮ ਵਿੱਚ ਤੁਹਾਡੇ ਵੱਲੋਂ ਭਰੇ ਗਏ ਮੋਬਾਈਲ ਨੰਬਰ ਤੇ ਤੁਹਾਨੂੰ ਇੱਕ OTP ਵਨ ਟਾਈਮ ਪਾਸਵਰਡ ਪ੍ਰਾਪਤ ਹੋਵੇਗਾ। ਉਸ ਨੂੰ OTP ਵਾਲੇ ਖਾਨੇ ਵਿੱਚ ਭਰੋ ਅਤੇ ਸਾਈਨ ਅਪ ਬਟਨ ਤੇ ਦੁਬਾਰਾ ਕਲਿੱਕ ਕਰੋ। ਹੁਣ ਤੁਹਾਨੂੰ ਸਕਸੈਸਫੁਲੀ ਰਜਿਸਟਰਡ ਹੋਣ ਦਾ ਸੰਦੇਸ਼ ਪ੍ਰਾਪਤ ਹੋਵੇਗਾ। ਹੁਣ ਇਸੇ ਪੇਜ ਦੇ ਹੇਠਾਂ ਲੌਗਇਨ ਟੂ ਯੂਰ ਅਕਾਊਂਟ ਵਿੱਚ ਆਪਣਾ ਮੋਬਾਈਲ ਨੰਬਰ ਅਤੇ ਪਾਸਵਰਡ ਦਾਖਲ ਕਰੋ ਜੋ ਤੁਸੀਂ ਸਟੈਪ ਨੰਬਰ 3 ਰਜਿਸਟਰ ਯੂਅਰਸੈਲਫ ਵਿੱਚ ਭਰਿਆ ਸੀ ਅਤੇ ਕੈਪਚਾ ਭਰੋ ਅਤੇ ਸਾਈਨ ਇਨ ਬਟਨ ਤੇ ਕਲਿੱਕ ਕਰੋ। ਸੋ ਡੈਸ਼ਬੋਰਡ ਦਾ ਪੇਜ ਤੁਹਾਡੀ ਸਕਰੀਨ ਤੇ ਨਜ਼ਰ ਆਵੇਗਾ। ਉਸ ਵਿੱਚੋਂ ਐਡ ਔਰ ਮੈਨੇਜ ਪਿਲਗ੍ਰਿਮ ਔਰ ਟੂਰਿਸਟ ਆਪਸ਼ਨ ਤੇ ਕਲਿੱਕ ਕਰੋ। ਤੁਹਾਡੀ ਸਕਰੀਨ ਤੇ ਪਲਾਨ ਯੂਅਰ ਟੂਰ ਪੇਜ ਖੁੱਲੇਗਾ। ਇਸ ਵਿੱਚ ਐਡ ਨਿਊ ਟੂਰ ਬਟਨ ਤੇ ਕਲਿੱਕ ਕਰਕੇ ਪਲਾਨ ਯੂਅਰ ਟੂਰ ਫਾਰਮ ਖੁੱਲੇਗਾ, ਜਿਸ ਵਿੱਚ ਆਪਣੀ ਯਾਤਰਾ ਦੀ ਡਿਟੇਲ, ਤਾਰੀਖ ਅਤੇ ਫੈਮਿਲੀ ਮੈਂਬਰ ਦੀ ਗਿਣਤੀ ਭਰੋ ਅਤੇ ਐਡ ਬਟਨ ਤੇ ਕਲਿੱਕ ਕਰਕੇ ਐਡ ਕਰ ਲਓ। ਤੁਹਾਡੀ ਗਰੁੱਪ ID ਜਾਰੀ ਹੋ ਜਾਵੇਗੀ, ਜਿਸ ਨੂੰ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਅਤੇ ਇਸ ਦੇ ਸੱਜੇ ਪਾਸੇ ਐਡ ਪਿਲਗ੍ਰਿਮ ਬਟਨ ਤੇ ਕਲਿੱਕ ਕਰਕੇ ਤੁਸੀਂ ਹਰੇਕ ਫੈਮਿਲੀ ਮੈਂਬਰ ਦੀ ਡਿਟੇਲ, ਫੋਟੋ ਅਤੇ ID ਪ੍ਰੂਫ ਦੀ ਜਿਹੜੀ ਫੋਟੋ ਹੈ ਉਹ ਅਪਲੋਡ ਕਰ ਸਕਦੇ ਹੋ ਅਤੇ ਸੇਵ ਬਟਨ ਤੇ ਕਲਿੱਕ ਕਰੋ ਅਤੇ ਸਾਰੇ ਮੈਂਬਰ ਦਾਖਲ ਕਰਨ ਤੋਂ ਬਾਅਦ ਫਿਨਿਸ਼ ਬਟਨ ਤੇ ਕਲਿੱਕ ਕਰ ਦਿਓ। ਤਾਂ ਤੁਹਾਡੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਤੁਸੀਂ ਇਸ ਰਜਿਸਟ੍ਰੇਸ਼ਨ ਦੀ PDF ਦਾ ਪ੍ਰਿੰਟ ਕੱਢ ਕੇ ਆਪਣੇ ਕੋਲ ਰੱਖ ਸਕਦੇ ਹੋ, ਜਿਸ ਨੂੰ ਤੁਹਾਨੂੰ ਦਿਖਾਉਣ ਤੇ ਅੱਗੇ ਜਾਣ ਦਿੱਤਾ ਜਾਵੇਗਾ। ਸੋ ਸਾਧ ਸੰਗਤ ਜੀ, ਹੁਣ ਅਸੀਂ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਲਈ ਟੈਕਸੀ ਰਾਹੀਂ ਨਿਕਲ ਚੁੱਕੇ ਹਾਂ। ਸੋ ਜੇਕਰ ਤੁਸੀਂ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਜਾਣਾ ਚਾਹੁੰਦੇ ਹੋ ਤਾਂ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਦੀ ਜਿਹੜੀ ਕੁੱਲ ਦੂਰੀ ਹੈ 267 ਕਿਲੋਮੀਟਰ ਦੀ ਹੈ। ਸੋ ਇਸ ਜਰਨੀ ਨੂੰ ਤੁਹਾਨੂੰ ਸੜਕ ਮਾਰਗ ਰਾਹੀਂ ਤੈਅ ਕਰਨਾ ਹੋਏਗਾ।
ਕਿਉਂਕਿ ਜੇਕਰ ਤੁਸੀਂ ਫਲਾਈਟ ਰਾਹੀਂ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਦੇਹਰਾਦੂਨ ਤੱਕ ਦੀ ਹੀ ਫਲਾਈਟ ਤੁਹਾਨੂੰ ਮਿਲੇਗੀ। ਦੇਹਰਾਦੂਨ ਤੋਂ ਅੱਗੇ ਤੁਹਾਨੂੰ ਰਿਸ਼ੀਕੇਸ਼ ਤੱਕ ਬਾਏ ਰੋਡ ਹੀ ਆਉਣਾ ਪਏਗਾ। ਸੋ ਰੋਡ ਦੇ ਰਾਹੀਂ ਹੀ ਤੁਸੀਂ ਰਿਸ਼ੀਕੇਸ਼ ਤੱਕ ਪਹੁੰਚ ਸਕਦੇ ਹੋ। ਸੋ ਰਿਸ਼ੀਕੇਸ਼ ਤੋਂ ਸਾਨੂੰ ਸਵੇਰੇ ਜਲਦੀ ਹੀ ਨਿਕਲ ਜਾਣਾ ਚਾਹੀਦਾ ਹੈ। ਤੁਸੀਂ ਸਵੇਰੇ 4 ਤੋਂ 6 ਵਜੇ ਤੱਕ ਇੱਥੋਂ ਨਿਕਲ ਸਕਦੇ ਹੋ, ਕਿਉਂਕਿ ਇਹ ਜਿਹੜੀ ਜਰਨੀ ਹੈ ਇਹ 8 ਤੋਂ 12 ਘੰਟੇ ਦੀ ਹੈ। ਇਸ ਲਈ ਸਵੇਰੇ ਹੀ ਨਿਕਲਣਾ ਜ਼ਿਆਦਾ ਬਿਹਤਰ ਰਹੇਗਾ। ਸਾਧ ਸੰਗਤ ਜੀ, ਹੁਣ ਅਸੀਂ ਦੇਵ ਪ੍ਰਯਾਗ ਵਿਖੇ ਪਹੁੰਚ ਚੁੱਕੇ ਹਾਂ। ਜਿਵੇਂ ਕਿ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ, ਸੋ ਦੇਵ ਪ੍ਰਯਾਗ ਵਿਖੇ ਅਲਕਨੰਦਾ ਨਦੀ ਅਤੇ ਭਾਗੀਰਥੀ ਨਦੀ ਦਾ ਸੰਗਮ ਹੁੰਦਾ ਹੈ। ਸੋ ਸਾਧ ਸੰਗਤ ਜੀ, ਹੁਣ ਅਸੀਂ ਸ਼੍ਰੀਨਗਰ ਪਹੁੰਚ ਚੁੱਕੇ ਹਾਂ। ਸੋ ਭਾਰਤ ਦੇ ਦੋ ਸ਼੍ਰੀਨਗਰ ਪੈਂਦੇ ਨੇ। ਇੱਕ ਸ਼੍ਰੀਨਗਰ ਜੰਮੂ ਕਸ਼ਮੀਰ 'ਚ ਪੈਂਦਾ ਹੈ ਤੇ ਦੂਸਰਾ ਸ਼੍ਰੀਨਗਰ ਉੱਤਰਾਖੰਡ 'ਚ ਪੈਂਦਾ ਹੈ। ਸੋ ਅਸੀਂ ਉੱਤਰਾਖੰਡ ਵਾਲੇ ਸ਼੍ਰੀਨਗਰ ਵਿੱਚ ਪਹੁੰਚ ਚੁੱਕੇ ਹਾਂ। ਸੋ ਇੱਥੇ ਵੀ ਸ਼੍ਰੀ ਹੇਮਕੁੰਟ ਮੈਨੇਜਮੈਂਟ ਟਰਸਟ ਦਾ ਇੱਕ ਗੁਰਦੁਆਰਾ ਹੈ, ਜਿੱਥੇ ਤੁਸੀਂ ਠਹਿਰ ਸਕਦੇ ਹੋ ਅਤੇ ਕਮਰਾ ਲੈ ਕੇ ਅਤੇ ਆਰਾਮ ਵੀ ਕਰ ਸਕਦੇ ਹੋ। ਸੋ ਸਾਧ ਸੰਗਤ ਜੀ, ਹੁਣ ਅਸੀਂ ਰੁਦਰ ਪ੍ਰਯਾਗ ਵਿਖੇ ਪਹੁੰਚ ਚੁੱਕੇ ਹਾਂ। ਸੋ ਰੁਦਰ ਪ੍ਰਯਾਗ ਤੋਂ ਗੋਬਿੰਦ ਘਾਟ ਦੀ ਕੁੱਲ ਦੂਰੀ 141 ਕਿਲੋਮੀਟਰ ਦੇ ਤਕਰੀਬਨ ਰਹਿ ਜਾਂਦੀ ਹੈ। ਸੋ ਸਾਧ ਸੰਗਤ ਜੀ, ਹੁਣ ਅਸੀਂ ਨਗਰਾਸੂ ਵਿਖੇ ਪਹੁੰਚ ਚੁੱਕੇ ਹਾਂ। ਸੋ ਇੱਥੇ ਵੀ ਇੱਕ ਗੁਰਦੁਆਰਾ ਸਾਹਿਬ ਹੈ, ਜਿੱਥੇ ਤੁਸੀਂ ਥੋੜੀ ਦੇਰ ਰੁਕ ਕੇ ਆਰਾਮ ਕਰ ਸਕਦੇ ਹੋ। ਇੱਥੇ ਲੰਗਰ ਦੀ ਵੀ ਸੁਵਿਧਾ ਹੈਗੀ ਹੈ। ਜੇਕਰ ਤੁਸੀਂ ਲੰਗਰ ਛਕਣਾ ਚਾਹੁੰਦੇ ਹੋ ਜਾਂ ਰੀਫਰੈਸ਼ ਹੋਣਾ ਚਾਹੁੰਦੇ ਹੋ ਤਾਂ ਫਰੈਸ਼ ਵੀ ਹੋ ਸਕਦੇ ਹੋ। ਸੋ ਕੁਝ ਦੇਰ ਇੱਥੇ ਆਰਾਮ ਕਰਨ ਤੋਂ ਬਾਅਦ ਅਸੀਂ ਅੱਗੇ ਵੱਲ ਨੂੰ ਚੱਲ ਸਕਦੇ ਹਾਂ। ਸੋ ਸਾਧ ਸੰਗਤ ਜੀ, ਹੁਣ ਅਸੀਂ ਕਰਨ ਪ੍ਰਯਾਗ ਵਿਖੇ ਪਹੁੰਚ ਚੁੱਕੇ ਹਾਂ। ਸੋ ਕਰਨ ਪ੍ਰਯਾਗ ਵਿਖੇ ਅਲਕਨੰਦਾ ਵਿੱਚ ਟਿੰਡਰ ਨਦੀ ਆ ਕੇ ਮਿਲਦੀ ਹੈ, ਜੋ ਕਿ ਪਿੰਡਾਰੀ ਗਲੇਸ਼ੀਅਰ ਤੋਂ ਨਿਕਲਦੀ ਹੈ। ਸਾਧ ਸੰਗਤ ਜੀ, ਹੁਣ ਅਸੀਂ ਅਨੰਤ ਪ੍ਰਯਾਗ ਵਿਖੇ ਪਹੁੰਚ ਚੁੱਕੇ ਹਾਂ। ਸੋ ਇਹ ਪ੍ਰਯਾਗ ਅਲਕਨੰਦਾ ਨਦੀ ਵਿੱਚ ਮੰਦਾਕਿਨੀ ਨਦੀ ਦੇ ਸੰਗਮ ਤੇ ਵਸਿਆ ਹੋਇਆ ਹੈ। ਸੋ ਮੰਦਾਕਿਨੀ ਨਦੀ ਹਿਮ ਸ਼ਿਖਰ ਦੇ ਚਰਨਾਂ ਵਿੱਚ ਜਾਂਦੀ ਹੈ। ਸੋ ਸਾਧ ਸੰਗਤ ਜੀ, ਹੁਣ ਅਸੀਂ ਜੋਸ਼ੀ ਮੱਠ ਵਿਖੇ ਐਂਟਰ ਕਰ ਰਹੇ ਹਾਂ। ਸੋ ਜੋਸ਼ੀ ਮੱਠ ਵਿਖੇ ਵੀ ਸ਼੍ਰੀ ਹੇਮਕੁੰਟ ਮੈਨੇਜਮੈਂਟ ਟਰਸਟ ਦਾ ਇੱਕ ਗੁਰਦੁਆਰਾ ਹੈ। ਇੱਥੇ ਵੀ ਤੁਸੀਂ ਜੇਕਰ ਠਹਿਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਵੀ ਠਹਿਰ ਸਕਦੇ ਹੋ, ਅਤੇ ਜੋਸ਼ੀ ਮੱਠ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਕਮਰੇ ਵੀ ਰਹਿਣ ਲਈ ਮੁਹੱਈਆ ਕਰਵਾ ਦਿੱਤੇ ਜਾਂਦੇ ਹਨ। ਜੋਸ਼ੀ ਮੱਠ ਦੇ ਸਾਹਮਣੇ ਹਾਥੀ ਵਾਂਗ ਦਿਖਾਈ ਦੇਣ ਵਾਲੇ ਪਹਾੜ ਨੂੰ ਹਾਥੀ ਮੱਥਾ ਕਿਹਾ ਜਾਂਦਾ ਹੈ। ਸੋ ਹੁਣ ਅਸੀਂ ਅੱਗੇ ਜੋਸ਼ੀ ਮੱਠ ਦੇ ਬਾਰਡਰ ਤੇ ਐਂਟਰ ਕਰ ਚੁੱਕੇ ਹਾਂ। ਸੋ ਇੱਥੋਂ ਜੇਕਰ ਅਸੀਂ 5:45 ਵਜੇ ਤੱਕ ਪਹੁੰਚ ਜਾਈਏ ਤਾਂ ਉਸ ਤੋਂ ਬਾਅਦ ਸਾਨੂੰ ਅੱਗੇ ਜਾਣ ਦੀ ਪਰਮਿਸ਼ਨ ਹੁੰਦੀ ਹੈ, ਨਹੀਂ ਤੇ ਸਾਨੂੰ ਜੋਸ਼ੀ ਮੱਠ ਵਿਖੇ ਹੀ ਆਪਣਾ ਸਟੇ ਕਰਨਾ ਪੈਂਦਾ ਹੈ। ਸੋ ਸਾਧ ਸੰਗਤ ਜੀ, ਹੁਣ ਅਸੀਂ ਗੋਬਿੰਦ ਘਾਟ ਪਹੁੰਚ ਚੁੱਕੇ ਹਾਂ। ਸੋ ਗੋਬਿੰਦ ਘਾਟ ਤੋਂ ਘਗਰੀਆ ਦੀ ਦੂਰੀ 13 ਕਿਲੋਮੀਟਰ, ਫੁੱਲਾਂ ਦੀ ਘਾਟੀ 17 ਕਿਲੋਮੀਟਰ, ਹੇਮਕੁੰਟ ਸਾਹਿਬ 19 ਕਿਲੋਮੀਟਰ ਤੇ ਬਦਰੀਨਾਥ ਇੱਥੋਂ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਸੋ ਜਿਵੇਂ ਕਿ ਦੇਖ ਪਾ ਰਹੇ ਹੋ, ਅਸੀਂ ਹੁਣ ਗੋਬਿੰਦ ਘਾਟ ਪਹੁੰਚ ਚੁੱਕੇ ਹਾਂ। ਸੋ ਟੈਕਸੀ ਤੋਂ ਉਤਰਨ ਤੋਂ ਬਾਅਦ ਸਾਨੂੰ ਗੋਬਿੰਦ ਘਾਟ ਗੁਰਦੁਆਰੇ ਤੱਕ ਪੈਦਲ ਹੀ ਤੁਰ ਕੇ ਜਾਣਾ ਪੈਂਦਾ ਹੈ। ਸੋ ਅੱਗੇ ਹੁਣ ਤੁਸੀਂ ਗੋਬਿੰਦ ਘਾਟ ਗੁਰਦੁਆਰੇ ਦਾ ਮੇਨ ਐਂਟਰ ਦੇਖ ਪਾ ਰਹੇ ਹੋ, ਜਿਸਦਾ ਨਾਮ ਹਵਲਦਾਰ ਬਾਬਾ ਮੋਹਦਨ ਸਿੰਘ ਦੁਆਰਾ ਰੱਖਿਆ ਗਿਆ ਹੈ। ਸੋ ਹਵਲਦਾਰ ਬਾਬਾ ਮੋਹਦਨ ਸਿੰਘ ਉਹ ਗੁਰਸਿੱਖ ਸੀ, ਜਿਨ੍ਹਾਂ ਨੇ ਭਾਈ ਵੀਰ ਸਿੰਘ ਅਤੇ ਭਾਈ ਸੋਹਣ ਸਿੰਘ ਜੀ ਨਾਲ ਮਿਲ ਕੇ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੀ ਖੋਜ ਕੀਤੀ ਸੀ। ਸੋ ਜਿਹੜਾ ਰਸਤਾ ਹੈ ਇਹ ਸਿੱਧਾ ਹੀ ਗੋਬਿੰਦ ਘਾਟ ਨੂੰ ਜਾਂਦਾ ਹੈ, ਜਿਸ ਨੂੰ ਸਾਨੂੰ ਪੈਦਲ ਹੀ ਤੈਅ ਕਰਨਾ ਪੈਂਦਾ ਹੈ। ਤੇ ਇੱਥੋਂ ਕੁੱਲ 500 ਮੀਟਰ ਦੀ ਦੂਰੀ ਤੇ ਗੁਰਦੁਆਰਾ ਗੋਬਿੰਦ ਘਾਟ ਸਥਿਤ ਹੈ। ਸੋ ਗੋਬਿੰਦ ਘਾਟ ਇੱਕ ਅਸਥਾਈ ਪਿੰਡ ਹੈ, ਜੋ ਕਿ ਜੂਨ ਤੋਂ ਅਕਤੂਬਰ ਦੇ ਮਹੀਨੇ ਦੌਰਾਨ ਹੀ ਸੰਗਤਾਂ ਲਈ ਖੁੱਲਦਾ ਹੈ। ਬਾਕੀ ਦੇ ਮਹੀਨੇ ਦੌਰਾਨ ਇਸ ਪਿੰਡ ਵਿੱਚ ਮੌਸਮ ਖਰਾਬ ਹੋਣ ਕਰਕੇ ਇਹ ਪਿੰਡ ਨੂੰ ਜਾਣ ਵਾਲਾ ਰਸਤਾ ਬੰਦ ਰਹਿੰਦਾ ਹੈ। ਸੋ ਗੋਬਿੰਦ ਘਾਟ ਪਿੰਡ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ, ਜਿਨ੍ਹਾਂ ਦੇ ਯਾਦ ਵਿੱਚ ਹੀ ਇਹ ਸਾਰੀ ਤੀਰਥ ਯਾਤਰਾ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ।
ਸੋ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਅਲਕਨੰਦਾ ਨਦੀ ਦੇ ਕਿਨਾਰੇ ਤੇ ਸਥਿਤ ਹੈ ਅਤੇ ਇਸ ਗੁਰਦੁਆਰੇ ਵਿੱਚ ਸੰਗਤਾਂ ਦੇ ਆਰਾਮ ਕਰਨ ਲਈ ਸਰਾਵਾਂ ਵੀ ਬਣਾਈਆਂ ਗਈਆਂ ਹਨ, ਜਿਸ ਨੂੰ ਸੰਗਤਾਂ ਆਪਣਾ ਪਛਾਣ ਪੱਤਰ ਵਿਖਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਰਾਮ ਕਰਨ ਲਈ ਲੈ ਸਕਦੀਆਂ ਹਨ। ਸੋ ਜੇਕਰ ਤੁਸੀਂ ਇਕੱਲੇ ਹੋ ਤਾਂ ਤੁਹਾਨੂੰ ਇੱਥੇ ਕੰਬਲ ਮਿਲ ਜਾਣਗੇ। ਸੋ ਕੰਬਲ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਥਾਂ ਤੇ ਸੋ ਸਕਦੇ ਹੋ। ਤੇ ਜੇਕਰ ਤੁਸੀਂ ਫੈਮਿਲੀ ਜਾਂ ਜੱਥੇ ਦੇ ਨਾਲ ਇੱਥੇ ਆਏ ਹੋ ਤਾਂ ਤੁਹਾਨੂੰ ਇੱਥੇ ਰਹਿਣ ਲਈ ਇੱਕ ਹਾਲ ਜਾਂ ਕਮਰਾ ਉਪਲਬਧ ਕਰਵਾ ਦਿੱਤਾ ਜਾਂਦਾ ਹੈ। ਸੋ ਹੁਣ ਜਿਵੇਂ ਹੀ ਅਸੀਂ ਅੱਗੇ ਵਧਾਂਗੇ, ਸੋ ਅੱਗੇ ਸਾਨੂੰ ਪਾਰਕਿੰਗ ਮਿਲੇਗੀ, ਜਿੱਥੇ ਤੁਸੀਂ ਆਪਣੀ ਜਿਹੜੀ ਕਾਰ ਹੈ ਉਹ ਪਾਰਕ ਕਰ ਸਕਦੇ ਹੋ। ਸੋ ਕਾਰ ਨੂੰ ਪਾਰਕ ਕਰਨ ਦਾ ਇੱਥੇ ਦਾ ਚਾਰਜ ਉਹ 600 ਰੁਪਇਆ ਹੈ, ਅਤੇ ਤੁਸੀਂ ਇੱਥੇ ਆਪਣੀ ਬਾਈਕ ਜੇਕਰ ਪਾਰਕ ਕਰਨਾ ਚਾਹੁੰਦੇ ਹੋ ਤਾਂ ਬਾਈਕ ਨੂੰ ਵੀ ਤੁਸੀਂ ਇੱਥੇ ਪਾਰਕ ਕਰ ਸਕਦੇ ਹੋ। ਹੁਣ ਸਾਨੂੰ ਗੋਬਿੰਦ ਘਾਟ ਦਾ ਗੁਰਦੁਆਰਾ ਕੰਪਲੈਕਸ ਦਿਖਾਈ ਦੇ ਰਿਹਾ ਹੈ ਅਤੇ ਉਹ ਸਾਹਮਣੇ ਰਸਤਾ ਉੱਪਰ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ। ਸੋ ਕੰਪਲੈਕਸ ਦੇ ਸੱਜੇ ਪਾਸੇ ਤੁਸੀਂ ਦੇਖ ਪਾ ਰਹੇ ਹੋ ਅਲਕਨੰਦਾ ਨਦੀ ਬਹਿ ਰਹੀ ਹੈ ਅਤੇ ਉਹ ਸਾਹਮਣੇ ਤੁਹਾਨੂੰ ਇੱਕ ਸਸਪੈਂਸ਼ਨ ਪੁਲ ਦਿਖਾਈ ਦੇ ਰਿਹਾ ਹੈ, ਜਿਸ ਨੂੰ ਪਾਰ ਕਰਦੇ ਹੋਏ ਅਸੀਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਦੇ ਹਾਂ। ਸੋ ਇਸ ਰਸਤੇ ਰਾਹੀਂ ਅਸੀਂ ਗੋਬਿੰਦ ਘਾਟ ਗੁਰਦੁਆਰੇ ਤੱਕ ਪਹੁੰਚ ਸਕਦੇ ਹਾਂ। ਸੋ ਇਹ ਹੈ ਜੀ ਅਲਕਨੰਦਾ ਨਦੀ, ਜੋ ਕਿ ਬਦਰੀਨਾਥ ਤੋਂ ਵਗਦੀ ਹੋਈ ਇੱਥੋਂ ਗੋਬਿੰਦ ਘਾਟ ਤੋਂ ਲੰਘ ਰਹੀ ਹੈ। ਤਾਂ ਇੱਥੇ ਹੀ ਲਕਸ਼ਮਣ ਗੰਗਾ ਅਤੇ ਅਲਕਨੰਦਾ ਨਦੀ ਦੋਵਾਂ ਦਾ ਸੰਗਮ ਗੋਬਿੰਦ ਘਾਟ ਵਿਖੇ ਹੁੰਦਾ ਹੈ। ਸੋ ਹੁਣ ਤੁਸੀਂ ਖੱਬੇ ਪਾਸੇ ਦੇਖ ਪਾ ਰਹੇ ਹੋ, ਇੱਥੇ ਡਿਸਪੈਂਸਰੀ ਹੈ, ਜਿੱਥੇ ਤੁਸੀਂ ਕੋਈ ਵੀ ਮੈਡੀਸਿਨ ਵਗੈਰਾ ਮੁਫਤ ਵਿੱਚ ਲੈ ਸਕਦੇ ਹੋ। ਸੋ ਥੋੜਾ ਅੱਗੇ ਜਾਂਦੇ ਹੀ ਸਾਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਐਂਟਰੈਂਸ ਹੈ ਉਹ ਦਿਖਾਈ ਦੇ ਜਾਏਗਾ। ਸੋ ਜਿਵੇਂ ਕਿ ਤੁਸੀਂ ਹੁਣ ਦੇਖ ਪਾ ਰਹੇ ਹੋ ਕਿ ਅਸੀਂ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੇ ਜਿਹੜੇ ਮੇਨ ਐਂਟਰੈਂਸ ਤੇ ਪਹੁੰਚ ਚੁੱਕੇ ਹਾਂ। ਸੋ ਤੁਸੀਂ ਦੇਖ ਪਾ ਰਹੇ ਹੋ ਸਾਹਮਣੇ ਫਸਟ ਫਲੋਰ ਤੇ ਦਰਬਾਰ ਸਾਹਿਬ ਹੈ ਅਤੇ ਇਹ ਗੁਰਦੁਆਰਾ ਵੀ ਸ਼੍ਰੀ ਹੇਮਕੁੰਟ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਸੋਹਣਾ ਬਣਾਇਆ ਗਿਆ ਹੈ। ਸੋ ਸਾਹਮਣੇ ਨਿਸ਼ਾਨ ਸਾਹਿਬ ਝੂਲ ਰਹੇ ਨੇ। ਸੋ ਹੁਣ ਅਸੀਂ ਸ਼੍ਰੀ ਹੇਮਕੁੰਟ ਸਾਹਿਬ ਗੋਬਿੰਦ ਘਾਟ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਚੱਲਦੇ ਹਾਂ। ਤੁਸੀਂ ਦੇਖ ਪਾ ਰਹੇ ਹੋ ਇਸ ਗੁਰਦੁਆਰੇ ਨੂੰ ਕਿੰਨਾ ਸੋਹਣਾ ਸਜਾਇਆ ਗਿਆ ਹੈ। ਚਲੋ ਹੁਣ ਅਸੀਂ ਇੱਥੇ ਮੱਥਾ ਟੇਕਣ ਚੱਲਦੇ ਹਾਂ। ਸੋ ਗੁਰਦੁਆਰਾ ਸਾਹਿਬ ਤੋਂ ਤੁਸੀਂ ਆਲੇ ਦੁਆਲੇ ਜਿਹੜਾ ਗੁਰਦੁਆਰੇ ਕੰਪਲੈਕਸ ਹੈ ਉਸ ਨੂੰ ਪੂਰਾ ਦੇਖ ਸਕਦੇ ਹੋ। ਸੋ ਇਹ ਸਾਹਮਣੇ ਆਰਾਮ ਕਰਨ ਲਈ ਹਾਲ ਹੈ। ਹਾਲ ਦੇ ਨਾਲ ਹੀ ਗਠਰੀ ਘਰ ਹੈ, ਜਿੱਥੇ ਤੁਸੀਂ ਆਪਣਾ ਜ਼ਰੂਰੀ ਸਮਾਨ ਜਮ੍ਹਾਂ ਕਰਾ ਸਕਦੇ ਹੋ। ਸੋ ਹੁਣ ਅਸੀਂ ਇੱਥੋਂ ਹੀ ਆਪਣੇ ਜਿਹੜਾ ਅਗਲਾ ਸਫ਼ਰ ਹੈ ਸ਼੍ਰੀ ਹੇਮਕੁੰਟ ਸਾਹਿਬ ਦਾ, ਉਹ ਹੁਣ ਅਸੀਂ ਸ਼ੁਰੂ ਕਰਾਂਗੇ। ਸੋ ਸਾਨੂੰ ਗੋਬਿੰਦ ਘਾਟ ਤੋਂ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਕਰਨ ਲਈ ਕਿਹੜੇ ਸਮਾਨ ਦੀ ਜ਼ਰੂਰਤ ਪਏਗੀ। ਤਾਂ ਅਸੀਂ ਜਿਹੜਾ ਚੁਣਿੰਦਾ ਸਮਾਨ ਹੈ ਉਸ ਨੂੰ ਹੀ ਉੱਥੇ ਲੈ ਕੇ ਜਾ ਸਕਦੇ ਹਾਂ। ਬਾਕੀ ਸਮਾਨ ਤੁਸੀਂ ਗੋਬਿੰਦ ਘਾਟ ਦੇ ਗਠਰੀ ਘਰ ਵਿੱਚ ਜਮ੍ਹਾਂ ਕਰਾ ਸਕਦੇ ਹੋ, ਜਿਸ ਵਿੱਚ ਸਭ ਤੋਂ ਪਹਿਲਾਂ ਇੱਕ ਗਰਮ ਸਵੈਟਰ, ਜੈਕਟ ਜਾਂ ਗਰਮ ਸੂਟ ਜਾਂ ਲੋਈ ਆਦਿ ਤੁਸੀਂ ਲੈ ਕੇ ਜਾ ਸਕਦੇ ਹੋ। ਗਰਮ ਜੁਰਾਬਾਂ, ਰੇਨਕੋਟ ਜਾਂ ਛਤਰੀ, ਪੈਦਲ ਚੱਲਣ ਲਈ ਇੱਕ ਲੱਕੜੀ ਦੀ ਸੋਟੀ, ਸਿਰ ਦਰਦ, ਬੁਖਾਰ, ਉਲਟੀ, ਜ਼ੁਕਾਮ, ਬਾਡੀ ਪੇਨ ਆਦਿ ਦੀਆਂ ਦਵਾਈਆਂ, ਗਲੇ ਨੂੰ ਸੁੱਕਣ ਤੋਂ ਬਚਾਉਣ ਲਈ ਗਲੂਕੋਜ਼ ਪਾਊਡਰ ਜਾਂ ਟੌਫੀਆਂ ਆਦਿ, ਅਤੇ ਡਰਾਈ ਫਰੂਟ ਲੋੜ ਅਨੁਸਾਰ ਵੀ ਤੁਸੀਂ ਆਪਣੇ ਨਾਲ ਕੈਰੀ ਕਰ ਸਕਦੇ ਹੋ। ਤਾਂ ਅੱਗੇ ਹੁਣ ਅਸੀਂ ਇਹ ਦੇਖਾਂਗੇ ਵੀ ਅਸੀਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਕਿਵੇਂ ਪਹੁੰਚਾਂਗੇ। ਸੋ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਲਈ ਸਾਡੇ ਕੋਲ ਹੈਲੀਕਾਪਟਰ ਦੀ ਵੀ ਸੁਵਿਧਾ ਹੈ।
ਸੋ ਹੈਲੀਕਾਪਟਰ ਗੋਬਿੰਦ ਘਾਟ ਤੋਂ ਘਗਰੀਆ ਤੱਕ ਜਾਂਦਾ ਹੈ, ਜਿਸ ਵਿੱਚ ਹਰੇਕ ਸਿੰਗਲ ਵਿਅਕਤੀ ਦਾ ਜਿਹੜਾ ਕਿਰਾਇਆ 2975 ਹੈ ਅਤੇ ਘਗਰੀਆ ਤੋਂ ਦੁਬਾਰਾ ਗੋਬਿੰਦ ਘਾਟ ਰਿਟਰਨ ਟਿਕਟ ਲਈ ਵੀ ਤੁਹਾਨੂੰ ਦੁਬਾਰਾ ਤੋਂ 2975 ਰੁਪਏ ਦੇਣੇ ਪੈਣਗੇ। ਸੋ ਉੱਤਰਾਖੰਡ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਜੇਕਰ ਕਿਸੇ ਪੈਸੇਂਜਰ ਦਾ ਜਿਹੜਾ ਨਾਲ weight ਕੈਰੀ ਕਰ ਰਿਹਾ ਉਹ 80 ਕਿਲੋ ਤੋਂ 1 ਕਿਲੋਗ੍ਰਾਮ ਵੀ ਵੱਧਦਾ ਹੈ, ਉਸ ਦੇ 75 ਰੁਪਏ ਚਾਰਜ ਕੀਤੇ ਜਾਣਗੇ। ਸੋ ਜੇਕਰ ਤੁਹਾਡਾ ਕੋਈ ਛੋਟਾ ਬੱਚਾ ਹੈ, ਜੇਕਰ 2 ਸਾਲ ਤੱਕ ਦਾ ਹੈ ਤਾਂ ਉਸਦੀ ਟਿਕਟ ਨਹੀਂ ਲੱਗੇਗੀ। ਜੇਕਰ 2 ਸਾਲ ਤੋਂ ਵੱਧ ਉਮਰ ਵਾਲਾ ਬੱਚਾ ਹੈ ਤਾਂ ਉਸਦੀ ਪੂਰੀ ਟਿਕਟ ਤੁਹਾਨੂੰ ਦੇਣੀ ਪਏਗੀ। ਸੋ ਸਾਧ ਸੰਗਤ ਜੀ, ਇਹ ਹੈ ਜੀ ਗੋਬਿੰਦ ਘਾਟ ਦਾ ਹੈਲੀਪੈਡ। ਸੋ ਇੱਥੋਂ ਹੈਲੀਕਾਪਟਰ ਟੇਕ ਆਫ ਕਰਕੇ ਸੋ ਇਹ ਹੈ ਜੀ ਘਗਰੀਆ ਦਾ ਹੈਲੀਪੈਡ, ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਹੈਲੀਕਾਪਟਰ ਲੈਂਡ ਕਰ ਰਿਹਾ ਹੈ। ਸੋ ਗੋਬਿੰਦ ਘਾਟ ਤੋਂ ਘਗਰੀਆ ਤੱਕ 13 ਕਿਲੋਮੀਟਰ ਦਾ ਸਫ਼ਰ ਹੈਲੀਕਾਪਟਰ ਦੇ ਰਾਹੀਂ ਤੁਸੀਂ ਸਿਰਫ 10 ਮਿੰਟ ਦੇ ਵਿੱਚ ਕਰ ਸਕਦੇ ਹੋ ਅਤੇ ਹੈਲੀਕਾਪਟਰ ਵਿੱਚ ਇੱਕ ਸਮੇਂ ਤੇ 5 ਯਾਤਰੀ ਹੀ ਬੈਠ ਸਕਦੇ ਆ। ਸੋ ਪਾਇਲਟ ਨੂੰ ਮਿਲਾ ਕੇ ਕੁੱਲ 6 ਜਿਹੜੀਆਂ ਸਵਾਰੀਆਂ ਨੇ ਉਹ ਹੈਲੀਕਾਪਟਰ ਵਿੱਚ ਬੈਠ ਸਕਦੀਆਂ ਨੇ। ਸੋ ਜਿਵੇਂ ਹੀ ਸਵਾਰੀਆਂ ਬੈਠਣਗੀਆਂ ਤਾਂ ਹੈਲੀਕਾਪਟਰ ਦੁਬਾਰਾ ਗੋਬਿੰਦ ਘਾਟ ਲਈ ਜਾਣ ਲਈ ਤਿਆਰ ਹੋ ਜਾਵੇਗਾ। ਸੋ ਘਗਰੀਆ ਤੋਂ ਗੋਬਿੰਦ ਧਾਮ ਤੱਕ ਦਾ ਜਿਹੜਾ ਸਫ਼ਰ ਹੈ ਉਹ 500 ਮੀਟਰ ਦਾ ਹੈ। ਸੋ ਯਾਤਰੀਆਂ ਨੂੰ ਇੱਥੇ ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ 500 ਮੀਟਰ ਦਾ ਜਿਹੜਾ ਰਸਤਾ ਹੈ ਉਹ ਪੈਦਲ ਹੀ ਤੈਅ ਕਰਨਾ ਪੈਂਦਾ ਹੈ। ਸੋ ਪੈਦਲ ਰਸਤਾ ਤੈਅ ਕਰਦੇ ਹੋਏ ਹੀ ਅਸੀਂ ਗੋਬਿੰਦ ਧਾਮ ਗੁਰਦੁਆਰਾ ਤੱਕ ਪਹੁੰਚ ਕਰ ਸਕਦੇ ਹਾਂ। ਸੋ ਤੁਸੀਂ ਦੇਖ ਪਾ ਰਹੇ ਹੋ ਹੈਲੀਕਾਪਟਰ ਟੇਕ ਆਫ ਕਰ ਚੁੱਕਿਆ ਹੈ। ਸੋ ਦੂਸਰਾ ਸਾਡੇ ਕੋਲ ਜਰੀਆ ਹੈ ਘੋੜਿਆਂ ਰਾਹੀਂ। ਸੋ ਗੋਬਿੰਦ ਘਾਟ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪੂਲਨਾ ਪਿੰਡ ਹੈ। ਪੂਲਨਾ ਪਿੰਡ ਤੋਂ ਤੁਸੀਂ ਘੋੜਿਆਂ ਰਾਹੀਂ ਗੋਬਿੰਦ ਧਾਮ ਤੱਕ ਪਹੁੰਚ ਸਕਦੇ ਹੋ। ਸੋ ਪੂਲਨਾ ਪਿੰਡ ਤੋਂ ਗੋਬਿੰਦ ਧਾਮ ਤੱਕ ਪਰ ਵਿਅਕਤੀ ਇੱਕ ਘੋੜੇ ਦਾ 1900 ਰੁਪਇਆ ਲਿਆ ਜਾਂਦਾ ਹੈ। ਉਸੇ ਤਰ੍ਹਾਂ ਦੇ ਨਾਲ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਵੀ 1900 ਰੁਪਏ ਚਾਰਜ ਕੀਤੇ ਜਾਂਦੇ ਹਨ। ਸੇਮ ਉਸੇ ਤਰ੍ਹਾਂ ਦੇ ਨਾਲ ਸ਼੍ਰੀ ਹੇਮਕੁੰਟ ਸਾਹਿਬ ਤੋਂ ਗੋਬਿੰਦ ਧਾਮ ਤੱਕ ਅਤੇ ਗੋਬਿੰਦ ਧਾਮ ਤੋਂ ਪੂਲਨਾ ਪਿੰਡ ਤੱਕ 1900 ਰੁਪਏ ਅਲੱਗ-ਅਲੱਗ ਚਾਰਜ ਕੀਤੇ ਜਾਂਦੇ ਹਨ। ਅਤੇ ਇਸਦਾ ਤੀਸਰਾ ਜਰੀਆ ਹੈ ਪਿੱਠੂ ਰਾਹੀਂ। ਸੋ ਪੂਲਨਾ ਪਿੰਡ ਤੋਂ ਗੋਬਿੰਦ ਧਾਮ ਤੱਕ ਬੱਚਿਆਂ ਦੇ ਲਈ 1200 ਰੁਪਏ ਹਨ ਅਤੇ ਪੂਲਨਾ ਪਿੰਡ ਤੋਂ ਗੋਬਿੰਦ ਧਾਮ ਤੱਕ ਵੱਡਿਆਂ ਜਾਂ ਅਡਲਟ ਲਈ 2800 ਤੋਂ 3000 ਰੁਪਏ ਤੱਕ ਚਾਰਜ ਕੀਤੇ ਜਾਂਦੇ ਹਨ। ਉਸੇ ਤਰ੍ਹਾਂ ਦੇ ਨਾਲ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਬੱਚਿਆਂ ਦੇ ਲਈ 1200 ਰੁਪਏ ਚਾਰਜ ਕੀਤੇ ਜਾਂਦੇ ਹਨ ਅਤੇ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਵੱਡਿਆਂ ਲਈ 2800 ਤੋਂ 3000 ਰੁਪਏ ਚਾਰਜ ਕੀਤੇ ਜਾਂਦੇ ਹਨ। ਚੌਥਾ ਸਾਡੇ ਕੋਲ ਦਾ ਜਰੀਆ ਹੈ ਪਾਲਕੀ ਰਾਹੀਂ। ਸੋ ਬਜ਼ੁਰਗ ਪਾਲਕੀ ਰਾਹੀਂ ਵੀ ਪੂਲਨਾ ਪਿੰਡ ਤੋਂ ਗੋਬਿੰਦ ਧਾਮ ਤੱਕ ਅਤੇ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ 12,000 ਰੁਪਏ ਦੇ ਵੱਖਰੇ ਵੱਖਰੇ ਚਾਰਜ ਦੇ ਕੇ ਪਹੁੰਚ ਕਰ ਸਕਦੇ ਹਨ। ਸੇਮ ਉਸੇ ਤਰ੍ਹਾਂ ਦੇ ਨਾਲ ਹੇਮਕੁੰਟ ਸਾਹਿਬ ਤੋਂ ਗੋਬਿੰਦ ਧਾਮ ਅਤੇ ਗੋਬਿੰਦ ਧਾਮ ਤੋਂ ਪੂਲਨਾ ਪਿੰਡ ਤੱਕ ਦੁਬਾਰਾ ਆਉਣ ਲਈ ਤੁਹਾਨੂੰ 12,000 ਰੁਪਏ ਵੱਖਰੇ ਵੱਖਰੇ ਦੇ ਕੇ ਤੁਸੀਂ ਉੱਥੇ ਪਹੁੰਚ ਕਰ ਸਕਦੇ ਹੋ। ਸੋ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਸੰਗਤਾਂ ਜੱਥੇ ਵਿੱਚ ਸਵੇਰੇ 4 ਵਜੇ ਤੋਂ ਗੋਬਿੰਦ ਧਾਮ ਗੁਰਦੁਆਰੇ ਲਈ ਗੋਬਿੰਦ ਘਾਟ ਤੋਂ ਅਲਕਨੰਦਾ ਨਦੀ ਤੇ ਬਣੇ ਸਸਪੈਂਸ਼ਨ ਪੁਲ ਨੂੰ ਪਾਰ ਕਰਕੇ ਚੜ੍ਹਾਈ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਸੋ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਜਾਂ ਘਗਰੀਆ ਪਿੰਡ ਤੱਕ ਕੁੱਲ ਦੂਰੀ 13 ਕਿਲੋਮੀਟਰ ਤੱਕ ਦੀ ਹੈ, ਜਿਸ ਵਿੱਚ ਗੋਬਿੰਦ ਘਾਟ ਤੋਂ ਪੂਲਣਾ ਪਿੰਡ ਤੱਕ 4 ਕਿਲੋਮੀਟਰ ਦੇ ਸਫ਼ਰ ਦੇ ਲਈ ਟੈਕਸੀ ਵੀ ਮਿਲ ਜਾਂਦੀ ਹੈ, ਜਿਵੇਂ ਕਿ ਅਸੀਂ ਆਪਾਂ ਟੈਕਸੀ ਵਿੱਚ ਜਾ ਰਹੇ ਹਾਂ, ਜਿਸ ਵਿੱਚ 50 ਰੁਪਏ ਪ੍ਰਤੀ ਵਿਅਕਤੀ ਅਦਾ ਕਰਕੇ ਪੂਲਣਾ ਪਿੰਡ ਤੱਕ ਪਹੁੰਚਿਆ ਜਾ ਸਕਦਾ ਹੈ। ਤੁਸੀਂ ਦੇਖ ਪਾ ਰਹੇ ਹੋ ਅਸੀਂ ਹੁਣ ਟੈਕਸੀ ਰਾਹੀਂ ਜਿਹੜੇ 4 ਕਿਲੋਮੀਟਰ ਦੀ ਪੂਲਣਾ ਪਿੰਡ ਤੱਕ ਦੀ ਜਿਹੜੀ ਖੜੀ ਚੜਾਈ ਹੈ ਉਸ ਵਿੱਚ ਅਸੀਂ ਟੈਕਸੀ ਰਾਹੀਂ ਜਾ ਰਹੇ ਹਾਂ। ਸੋ ਇਹ ਸੀਗਾ ਹੇਮਕੁੰਟ ਸਾਹਿਬ ਦਾ ਮੇਨ ਗੇਟ। ਇੱਥੋਂ ਸਾਡੀ ਹੇਮਕੁੰਟ ਸਾਹਿਬ ਜਿਹੜੀ ਮੇਨ ਚੜਾਈ ਹੈ ਸ਼ੁਰੂ ਹੁੰਦੀ ਹੈ। ਤੁਸੀਂ ਦੇਖ ਪਾ ਰਹੇ ਹੋ ਕੁਝ ਲੋਕ ਪੈਦਲ ਵੀ ਯਾਤਰਾ ਕਰਦੇ ਹੋਏ ਪੂਲਣਾ ਪਿੰਡ ਤੱਕ ਜਾ ਰਹੇ ਨੇ। ਸੋ ਇਸੇ ਤਰ੍ਹਾਂ ਦੇ ਨਾਲ ਤੁਸੀਂ ਦੇਖ ਪਾ ਰਹੇ ਹੋ ਅਸੀਂ ਹੌਲੀ ਹੌਲੀ ਜਿਹੜੀ ਸਾਡੀ ਗੱਡੀ ਹੈ ਔਰ ਰਫ਼ਤਾਰ ਵਿੱਚ ਇਸ ਚੜਾਈ ਨੂੰ ਚੜ ਰਹੀ ਹੈ।
ਸੋ ਹੁਣ ਅਸੀਂ ਪੂਲਨਾ ਪਿੰਡ ਵਿਖੇ ਪਹੁੰਚਣ ਵਾਲੇ ਹਾਂ, ਜੋ ਕਿ ਗੋਬਿੰਦ ਘਾਟ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਸੋ ਪੂਲਨਾ ਪਿੰਡ ਤੋਂ ਭੰਡਾਰ ਪਿੰਡ ਦੀ ਦੂਰੀ 5 ਕਿਲੋਮੀਟਰ ਅਤੇ ਘਗਰੀਆ ਪਿੰਡ ਦੀ ਦੂਰੀ 9 ਕਿਲੋਮੀਟਰ ਤੱਕ ਦੀ ਹੈ। ਸੋ ਸੰਗਤਾਂ ਪੂਲਨਾ ਪਿੰਡ ਤੋਂ ਪੈਦਲ ਹੀ ਸੋਟੀ ਦੇ ਸਹਾਰੇ ਹੌਲੀ ਹੌਲੀ ਚੜ੍ਹਾਈ ਕਰਨੀ ਸ਼ੁਰੂ ਕਰ ਦਿੰਦੀਆਂ ਹਨ। ਸੋ ਜਿਵੇਂ ਕਿ ਦੇਖ ਪਾ ਰਹੇ ਹੋ, ਪੂਲਨਾ ਪਿੰਡ ਦਾ ਟੈਕਸੀ ਸਟੈਂਡ ਹੈ ਉਹ ਆ ਚੁੱਕਿਆ ਹੈ। ਸੋ ਹੁਣ ਅਸੀਂ ਆਪਣੀ ਟੈਕਸੀ 'ਚ ਉਤਰ ਕੇ ਇੱਥੋਂ ਪੈਦਲ ਹੀ ਯਾਤਰਾ ਸ਼ੁਰੂ ਕਰਾਂਗੇ। ਸੋ ਕਈ ਸੰਗਤਾਂ ਪੂਲਨਾ ਪਿੰਡ ਤੋਂ ਘੋੜਿਆਂ, ਪਿੱਠੂ ਅਤੇ ਪਾਲਕੀ ਰਾਹੀਂ ਵੀ ਗੋਬਿੰਦ ਧਾਮ ਤੱਕ ਦੀ ਯਾਤਰਾ ਕਰਦੀਆਂ ਹਨ ਅਤੇ ਇਹ ਸੁਵਿਧਾਵਾਂ ਤੁਹਾਨੂੰ ਪੂਲਨਾ ਪਿੰਡ ਤੋਂ ਹੀ ਮਿਲ ਜਾਣਗੀਆਂ। ਤੁਸੀਂ ਦੇਖ ਪਾ ਰਹੇ ਸਾਡਾ ਜਿਹੜਾ ਜੱਥਾ ਹੈ ਉਹ ਪੈਦਲ ਹੀ ਯਾਤਰਾ ਕਰਨ ਲਈ ਤਿਆਰ ਹੈ। ਤੇ ਜਿਵੇਂ ਤੁਸੀਂ ਬੋਰਡ ਦੇਖ ਪਾ ਰਹੇ ਤੇ ਫੁੱਲਾਂ ਦੀ ਘਾਟੀ 12 ਕਿਲੋਮੀਟਰ ਹੈ, ਘਗਰੀਆ ਪਿੰਡ 9 ਕਿਲੋਮੀਟਰ ਹੈ ਅਤੇ ਸ਼੍ਰੀ ਹੇਮਕੁੰਟ ਸਾਹਿਬ 15 ਕਿਲੋਮੀਟਰ ਦੀ ਦੂਰੀ ਤੇ ਹੈ। ਸੋ ਪੂਲਨਾ ਪਿੰਡ ਵੀ ਤੁਹਾਨੂੰ ਕਾਫੀ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਜਿੱਥੇ ਤੁਸੀਂ ਆਪਣਾ ਖਾਣ ਪੀਣ ਦਾ ਸਮਾਨ ਜਾਂ ਪੇय ਪਦਾਰਥ ਲੈ ਸਕਦੇ ਹੋ। ਸੋ ਇਹ ਸੀਗਾ ਟੈਕਸੀ ਸਟੈਂਡ। ਸੋ ਹੁਣ ਅਸੀਂ ਇੱਥੋਂ ਆਪਣੀ ਯਾਤਰਾ ਸ਼ੁਰੂ ਕਰਾਂਗੇ। ਸੋ ਪੈਦਲ ਚੜ੍ਹਾਈ ਕਰਦੇ ਹੋਏ 5 ਤੋਂ 9 ਘੰਟੇ ਦਾ ਸਫ਼ਰ ਤੈਅ ਕਰਦੇ ਹੋਏ ਗੋਬਿੰਦ ਧਾਮ ਤੱਕ ਪਹੁੰਚਿਆ ਜਾ ਸਕਦਾ ਹੈ। ਰਾਹ ਵਿੱਚ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀਆਂ ਹੋਈਆਂ ਚੜ੍ਹਾਈ ਚੜ੍ਹਦੀਆਂ ਜਾਂਦੀਆਂ ਹਨ। ਰਾਹ ਵਿੱਚ ਸੰਗਤਾਂ ਇੱਕ ਦੂਜੇ ਨਾਲ ਟੌਫੀ, ਸਨੈਕਸ, ਗਲੂਕੋਜ਼ ਪਾਊਡਰ, ਮਿਠਾਈਆਂ, ਫਲ ਅਤੇ ਪੀਣ ਵਾਲੇ ਪਦਾਰਥ ਵੀ ਸ਼ੇਅਰ ਕਰਦੇ ਹੋਏ ਨਜ਼ਰ ਆਉਂਦੀਆਂ ਹਨ। ਸੋ ਰਾਹ ਵਿੱਚ ਬਹੁਤ ਸਾਰੀਆਂ ਖਾਣ ਪੀਣ ਦੀਆਂ ਦੁਕਾਨਾਂ ਵੀ ਆਉਂਦੀਆਂ ਹਨ ਜਿੱਥੋਂ ਤੁਸੀਂ ਪੀਣ ਵਾਲੇ ਪਦਾਰਥ ਅਤੇ ਸਨੈਕਸ ਲੈ ਕੇ ਖਾ ਸਕਦੇ ਹੋ। ਜਿਵੇਂ ਕਿ ਦੇਖ ਪਾ ਰਹੇ ਹੋ, ਰਾਹ ਵਿੱਚ ਤੁਹਾਨੂੰ ਕਾਫੀ ਸਾਰੇ ਖੂਬਸੂਰਤ ਜਿਹੜੇ ਝਰਨੇ ਅਤੇ ਪਹਾੜੀਆਂ ਦੇਖਣ ਨੂੰ ਮਿਲਣਗੀਆਂ। ਤੁਸੀਂ ਦੇਖ ਪਾ ਰਹੇ ਹੋ ਪਹਾੜੀਆਂ ਤੋਂ ਕਿੱਦਾਂ ਜਿਹੜਾ ਬਰਫ਼ ਦਾ ਪਾਣੀ ਪਿਘਲ ਕੇ ਹੇਠਾਂ ਵੱਲ ਨੂੰ ਆ ਰਿਹਾ। ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਪਾ ਰਹੇ ਹੋ ਕਿ ਭੰਡਾਰ ਪਿੰਡ ਤੱਕ ਜਿਹੜੀ ਚੜ੍ਹਾਈ ਹੈ ਉਹ ਵੀ ਥੋੜੀ ਸਿੱਧੀ ਹੀ ਹੈ। ਸੋ ਹੌਲੀ ਹੌਲੀ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਸੰਗਤਾਂ ਇਸ ਚੜ੍ਹਾਈ ਨੂੰ ਚੜ੍ਹ ਜਾਂਦੀਆਂ ਹਨ। ਸੋ ਤੁਸੀਂ ਹੁਣ ਦੇਖ ਪਾ ਰਹੇ ਹੋ ਕਿ ਇੱਥੋਂ ਭੰਡਾਰ ਪਿੰਡ 3 ਕਿਲੋਮੀਟਰ, ਘਗਰੀਆ ਪਿੰਡ 7 ਕਿਲੋਮੀਟਰ ਅਤੇ ਹੇਮਕੁੰਟ ਸਾਹਿਬ 13 ਕਿਲੋਮੀਟਰ ਰਹਿ ਗਿਆ ਹੈ। ਸੋ ਹੌਲੀ ਹੌਲੀ ਕਰਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤਾਂ ਅੱਗੇ ਨੂੰ ਵਧ ਰਹੀਆਂ ਹਨ। ਸੋ ਇਸ ਸਫ਼ਰ ਵਿੱਚ ਚੜ੍ਹਾਈ ਥੋੜੀ ਸਿੱਧੀ ਹੋਣ ਕਰਕੇ ਜੇਕਰ ਅਸੀਂ ਹੌਲੀ ਹੌਲੀ ਕਦਮ ਤੁਰਾਂਗੇ ਤਾਂ ਸਾਨੂੰ ਸਾਹ ਵੀ ਘੱਟ ਚੜ੍ਹੇਗਾ ਅਤੇ ਅਸੀਂ ਛੇਤੀ ਹੀ ਉੱਪਰ ਵੱਲ ਨੂੰ ਚੜ੍ਹਾਈ ਕਰ ਜਾਵਾਂਗੇ। ਸੋ ਹੁਣ ਤੁਸੀਂ ਦੇਖ ਪਾ ਰਹੇ ਹੋ ਪੂਲਨਾ ਤੋਂ ਚੱਲਣ ਤੋਂ ਬਾਅਦ 5 ਕਿਲੋਮੀਟਰ ਦੀ ਦੂਰੀ ਖਤਮ ਹੋਣ ਤੋਂ ਬਾਅਦ ਭੰਡਾਰ ਪਿੰਡ ਆਉਂਦਾ ਹੈ। ਸੋ ਭੰਡਾਰ ਪਿੰਡ ਦਾ ਜਿੱਥੇ ਲਕਸ਼ਮਣ ਗੰਗਾ ਧਾਰਾ ਤੇ ਇੱਕ ਪੁੱਲ ਹੈ। ਸੋ ਇਹ ਲਕਸ਼ਮਣ ਗੰਗਾ ਵਹਿ ਰਹੀ ਹੈ। ਥੋੜੀ ਜਿਹੀ ਅੱਗੇ ਜਾ ਕੇ ਸਾਨੂੰ ਇੱਕ ਲਕਸ਼ਮਣ ਗੰਗਾ ਦੇ ਉੱਪਰ ਇੱਕ ਪੁੱਲ ਨਜ਼ਰ ਆਏਗਾ। ਤੁਸੀਂ ਦੇਖ ਪਾ ਰਹੇ ਹੋ ਇਸ ਲਕਸ਼ਮਣ ਗੰਗਾ ਵਿੱਚ ਕਈ ਇਸ਼ਨਾਨ ਵੀ ਕਰ ਲੈਂਦੇ ਨੇ ਆਪਣੇ ਆਪ ਜਿਹੜੀ ਥਕਾਨ ਆ ਥੋੜੀ ਉਸਨੂੰ ਘਟਾਉਣ ਲਈ। ਸੋ ਹੌਲੀ ਹੌਲੀ ਸੰਗਤਾਂ ਅੱਗੇ ਵੱਲ ਨੂੰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਤੁਸੀਂ ਹੁਣ ਦੇਖ ਪਾ ਰਹੇ ਹੋ ਅੱਗੇ ਹੁਣ ਇੱਕ ਪੁੱਲ ਆ ਚੁੱਕਿਆ ਹੈ। ਸੋ ਜ਼ਿਆਦਾਤਰ ਸੰਗਤਾਂ ਗੁਆਚੀ ਊਰਜਾ ਨੂੰ ਭਰਨ ਅਤੇ ਸਾਹ ਲੈਣ ਲਈ ਇੱਥੇ ਆਰਾਮ ਕਰਦੀਆਂ ਹਨ। ਸੋ ਗੋਬਿੰਦ ਧਾਮ ਲਈ ਅਗਲੀ 3 ਕਿਲੋਮੀਟਰ ਦੀ ਖੜੀ ਚੜ੍ਹਾਈ ਵੱਧਦੀ ਉਚਾਈ ਅਤੇ ਸੰਘਣੇ ਜੰਗਲ ਵਿੱਚੋਂ ਲੰਘਣ ਕਰਕੇ ਮੁਸ਼ਕਲ ਜਾਪਦੀ ਹੈ, ਪਰ ਸੰਗਤਾਂ ਹੌਲੀ ਹੌਲੀ ਇਸ ਨੂੰ ਚੜ੍ਹਦੇ ਹੋਏ ਘਗਰੀਆ ਪਿੰਡ ਤੇ ਪਹੁੰਚ ਜਾਂਦੀਆਂ ਹਨ। ਹੁਣ ਤੁਸੀਂ ਦੇਖ ਪਾ ਰਹੇ ਹੋ ਕਿ ਅਸੀਂ ਘਗਰੀਆ ਪਿੰਡ ਤੋਂ ਤਕਰੀਬਨ 1 ਕਿਲੋਮੀਟਰ ਪਿੱਛੇ ਹਾਂ ਤੇ ਹੁਣ ਘਗਰੀਆ ਪਿੰਡ ਆ ਚੁੱਕਾ ਹੈ। ਸੋ ਘਗਰੀਆ ਪਿੰਡ ਦੇ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਕਾਫੀ ਸਾਰੇ ਰਿਹਾਇਸ਼ੀ ਟੈਂਟ ਲੱਗੇ ਹੋਏ ਨੇ। ਸੋ ਇਹਨਾਂ ਟੈਂਟ ਦੇ ਖੱਬੇ ਪਾਸੇ ਇੱਕ ਹੈਲੀਪੈਡ ਵੀ ਹੈ, ਜਿਵੇਂ ਕਿ ਉਹ ਤੁਹਾਨੂੰ ਸਾਹਮਣੇ ਦਿਖ ਪਾ ਰਿਹਾ। ਸੋ ਸਾਹਮਣੇ ਘਗਰੀਆ ਪਿੰਡ ਦੇ ਵਿੱਚ ਹੈਲੀਪੈਡ ਹੈ।
ਸੋ ਇਸ ਦੇ ਆਲੇ ਦੁਆਲੇ ਛੋਟੇ ਛੋਟੇ ਟੈਂਟ ਦਿਖਾਈ ਦਿੰਦੇ ਹਨ ਜਿਨ੍ਹਾਂ ਵਿੱਚ ਵੀ ਆਰਾਮ ਕੀਤਾ ਜਾ ਸਕਦਾ ਹੈ। ਪਰ ਜ਼ਿਆਦਾਤਰ ਸੰਗਤਾਂ ਘਗਰੀਆਂ ਤੋਂ 500 ਮੀਟਰ ਦੂਰ ਗੋਬਿੰਦ ਧਾਮ ਗੁਰਦੁਆਰਾ ਵਿਖੇ ਤੱਕ ਆਪਣੀ ਯਾਤਰਾ ਜਾਰੀ ਰੱਖਦੀਆਂ ਹਨ ਅਤੇ ਇੱਥੇ ਹੀ ਆਰਾਮ ਕਰਦੀਆਂ ਹਨ। ਸੋ ਹੁਣ ਅਸੀਂ ਘਗਰੀਆ ਤੋਂ ਅੱਗੇ ਵੱਲ ਵਧਾਂਗੇ। ਸੋ ਇੱਥੇ ਤੁਸੀਂ ਘਗਰੀਆ ਦੇ ਆਲੇ ਦੁਆਲੇ ਪਹਾੜਾਂ ਦੀ ਖੂਬਸੂਰਤੀ ਤੇ ਕੁਦਰਤ ਦਾ ਜਿਹੜਾ ਨਜ਼ਾਰਾ ਹੈ ਉਸ ਦਾ ਆਨੰਦ ਮਾਣ ਸਕਦੇ ਹੋ। ਸੋ ਇਹ ਸੀਗਾ ਗੋਬਿੰਦ ਧਾਮ ਦਾ ਪੜਾਅ, ਜਿੱਥੇ ਜੇਕਰ ਤੁਸੀਂ ਗੋਬਿੰਦ ਘਾਟ ਤੋਂ ਖੱਚਰਾਂ ਰਾਹੀਂ ਜਾਂ ਘੋੜਿਆਂ ਰਾਹੀਂ ਆ ਰਹੇ ਹੋ ਤੇ ਉਸ ਦਾ ਪੜਾਅ ਹੈ ਉਸ ਤੋਂ। ਸੋ ਹੁਣ ਅਸੀਂ ਗੋਬਿੰਦ ਧਾਮ ਗੁਰਦੁਆਰੇ ਦੇ ਗੇਟ ਦੇ ਬਾਹਰ ਪਹੁੰਚ ਚੁੱਕੇ ਹਾਂ। ਇਹ ਗੁਰਦੁਆਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ। ਇੱਥੇ ਵੀ ਤੁਹਾਨੂੰ ਰਹਿਣ ਲਈ ਕਮਰੇ ਅਤੇ ਲੰਗਰ ਮਿਲ ਜਾਵੇਗਾ। ਸੋ ਹੁਣ ਅਸੀਂ ਗੋਬਿੰਦ ਧਾਮ ਗੁਰਦੁਆਰਾ ਵਿਖੇ ਦਰਬਾਰ ਸਾਹਿਬ ਵਾਲੇ ਵੱਧ ਰਹੇ ਹਾਂ। ਸੋ ਅੱਗੇ ਵਧਦੇ ਹੋਏ ਇੱਕ ਖੱਬੇ ਹੱਥ ਦਰਬਾਰ ਸਾਹਿਬ ਆ ਚੁੱਕਿਆ ਹੈ। ਵਾਹਿਗੁਰੂ 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 ਸੋ ਅੱਗੇ ਸਾਹਮਣੇ ਲੰਗਰ ਘਰ ਹੈ ਜੀ। ਇੱਥੇ ਬਹੁਤ ਸਾਰੀਆਂ ਸੰਗਤਾਂ ਲੰਗਰ ਬਣਾਉਣ, ਲੰਗਰ ਦੀ ਸੇਵਾ ਕਰਨ ਅਤੇ ਗੁਰਦੁਆਰੇ ਦੀ ਸਾਫ਼ ਸਫਾਈ ਦੀ ਸੇਵਾ ਕਰਦੀਆਂ ਹਨ। ਗੋਬਿੰਦ ਧਾਮ ਗੁਰਦੁਆਰੇ ਵਿਖੇ 1000 ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈ। ਗੁਰਦੁਆਰੇ ਸਾਹਿਬ ਤੋਂ ਇਲਾਵਾ ਪਿੰਡ ਵਿੱਚ ਹੋਰ ਵੀ ਹੋਟਲ, ਰੈਸਟ ਹਾਊਸ ਅਤੇ ਟੈਂਟ ਹਨ ਜਿੱਥੇ ਰਿਹਾਇਸ਼ ਕੀਤੀ ਜਾ ਸਕਦੀ ਹੈ। ਸੋ ਇੱਥੇ ਕੁਝ ਸੰਗਤਾਂ ਲੰਗਰ ਛਕਦੀਆਂ ਨਜ਼ਰ ਆ ਰਹੀਆਂ ਹਨ। ਸੋ ਖਾਲਸਾ ਜੀ, ਇਹ ਹੈ ਜੀ ਉਹ ਬੂਟਾ ਜਿੱਥੇ ਬਾਬਾ ਮੋਹਨ ਸਿੰਘ ਜੀ ਜਦੋਂ ਸ਼੍ਰੀ ਹੇਮਕੁੰਟ ਸਾਹਿਬ ਤੋਂ ਪੈਦਲ ਗੋਬਿੰਦ ਧਾਮ ਤੱਕ ਆਉਂਦੇ ਸੀ ਤਾਂ ਉਹ ਇਸ ਬੂਟੇ ਹੇਠਾਂ ਆਰਾਮ ਕਰਦੇ ਸਨ। ਸਾਧ ਸੰਗਤ ਜੀ, ਗੋਬਿੰਦ ਧਾਮ ਵੀ ਗੋਬਿੰਦ ਘਾਟ ਵਾਂਗ ਹੀ ਇੱਕ ਅਸਥਾਈ ਪਿੰਡ ਹੈ। ਇੱਥੇ ਵੀ ਤੁਹਾਨੂੰ ਚਾਹ ਅਤੇ ਹਲਵਾਈ ਦੀਆਂ ਦੁਕਾਨਾਂ, ਰਹਿਣ ਲਈ ਹੋਟਲ, ਸਰਕਾਰੀ ਦਫ਼ਤਰ, ਕੈਮਿਸਟ ਅਤੇ ਫੌਜੀ ਡਿਸਪੈਂਸਰੀ ਦੇਖਣ ਨੂੰ ਮਿਲ ਜਾਵੇਗੀ। ਸੋ ਇਹ ਹੈ ਜੀ ਗੋਬਿੰਦ ਧਾਮ ਦੇ ਆਲੇ ਦੁਆਲੇ ਦਾ ਦ੍ਰਿਸ਼ ਤੇ ਸਾਡੇ ਕੋਲ ਗੁਰਦੁਆਰਾ ਕੰਪਲੈਕਸ ਹੈ। ਸੋ ਸਾਧ ਸੰਗਤ ਜੀ, ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਦਫ਼ਤਰ ਵਿਖੇ ਜਾ ਕੇ ਤੁਸੀਂ ਕੋਈ ਵੀ ਆਈਡੀ ਪ੍ਰੂਫ ਦਿਖਾ ਕੇ ਆਪਣੇ ਜੱਥੇ ਦੀ ਗਿਣਤੀ ਦੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਵਿੱਚ ਹਾਲ ਜਾਂ ਕਮਰਾ ਬੁੱਕ ਕਰਵਾ ਸਕਦੇ ਹੋ। ਫਿਰ ਸੀਗਾ ਹਾਲ ਦਾ ਵੀ ਕਿ ਕਿੰਨੇ ਸਾਫ਼ ਸੁਥਰੇ ਕਮਰੇ ਸਾਨੂੰ ਮਿਲਦੇ ਹਨ। ਸੋ ਸਾਧ ਸੰਗਤ ਜੀ, ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਦਾ ਜਿਹੜਾ ਟਰੈਕ ਹੈ ਉਹ ਕੁੱਲ 6 ਕਿਲੋਮੀਟਰ ਦਾ ਹੈ। ਸੋ ਗੋਬਿੰਦ ਧਾਮ ਗੁਰਦੁਆਰੇ ਵਿਖੇ ਰਾਤ ਕੱਟਣ ਤੋਂ ਬਾਅਦ ਸੰਗਤਾਂ ਸਵੇਰੇ 4 ਵਜੇ ਤੋਂ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਜਾਣ ਲਈ ਆਪਣੀ ਯਾਤਰਾ ਸ਼ੁਰੂ ਕਰ ਦਿੰਦੀਆਂ ਹਨ। ਸੋ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਖੜੀ ਚੜ੍ਹਾਈ ਹੋਣ ਕਾਰਨ ਸੰਗਤਾਂ ਨੂੰ ਆਮ ਤੌਰ ਤੇ 6 ਤੋਂ 8 ਘੰਟੇ ਦਾ ਸਮਾਂ ਇਸ 6 ਕਿਲੋਮੀਟਰ ਨੂੰ ਚੜ੍ਹਨ ਲਈ ਲੱਗ ਜਾਂਦਾ ਹੈ। ਸੋ ਖੜੀ ਚੜ੍ਹਾਈ ਹੋਣ ਕਰਕੇ ਸੰਗਤਾਂ ਛੇਤੀ ਹੀ ਉਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਸੋ ਸੰਗਤਾਂ ਹੌਲੀ ਹੌਲੀ ਕੁਝ ਦੂਰੀ ਬਾਅਦ ਸਾਹ ਲੈ ਕੇ ਚੜ੍ਹਾਈ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਚੜ੍ਹਾਈ ਚੜ੍ਹਨਾ ਜਾਰੀ ਰੱਖਦੀਆਂ ਹਨ। ਸੋ ਥੋੜੀ ਦੂਰ ਜਾਣ ਤੋਂ ਬਾਅਦ ਤੁਹਾਨੂੰ ਆਸੇ-ਪਾਸੇ ਜਿਹੜੇ ਪਹਾੜ ਅਤੇ ਗਲੇਸ਼ੀਅਰ ਜਿਹੜੀ ਝਲਕੀਆਂ ਉਹ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੋ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਸੰਗਤਾਂ ਨੇ ਉਹ ਹੌਲੀ ਹੌਲੀ ਕਰਕੇ ਚੜ੍ਹਾਈ ਚੜ੍ਹ ਰਹੀਆਂ ਨੇ। ਸੋ ਚੜ੍ਹਾਈ ਚੜ੍ਹਦੇ ਨਾਲ ਇਸ ਦੇ ਆਲੇ ਦੁਆਲੇ ਦਾ ਜਿਹੜਾ ਕੁਦਰਤੀ ਮਾਹੌਲ ਅਤੇ ਪਹਾੜੀਆਂ ਦੀ ਜਿਹੜੀ ਦਿੱਖ ਹੈ ਉਹ ਮਨ ਨੂੰ ਮੋਹ ਲੈਂਦੀ ਹੈ। ਸੋ ਚੜ੍ਹਾਈ ਚੜ੍ਹਨ ਦੌਰਾਨ ਸਾਨੂੰ ਸੁੰਦਰ ਪਹਾੜੀਆਂ, ਗਲੇਸ਼ੀਅਰ ਆਦਿ ਦੀਆਂ ਝਲਕੀਆਂ ਮਿਲਦੀਆਂ ਹਨ। ਸੋ ਸਾਧ ਸੰਗਤ ਜੀ, ਹੁਣ ਤੁਸੀਂ ਦੇਖ ਪਾ ਰਹੇ ਹੋ ਕਿ ਪਹਾੜਾਂ ਤੇ ਹੁਣ ਸੋਹਣੀ ਧੁੱਪ ਖਿੜ ਚੁੱਕੀ ਹੈ। ਸੋ ਧੁੱਪ ਖਿੜਨ ਦੇ ਨਾਲ ਜਿਹੜਾ ਮੌਸਮ ਹੈ
ਉਹ ਵੀ ਥੋੜਾ ਜਿਹਾ ਗਰਮ ਮਹਿਸੂਸ ਹੋ ਰਿਹਾ ਹੈ। ਸੋ ਜਿਵੇਂ ਜਿਵੇਂ ਅਸੀਂ ਚੜ੍ਹਾਈ ਚੜ੍ਹਦੇ ਜਾਵਾਂਗੇ ਤਾਂ ਉੱਪਰ ਬਰਫ਼ ਜਮੀ ਹੋਣ ਕਾਰਨ ਸਾਨੂੰ ਜਿਹੜਾ ਮੌਸਮ ਹੈ ਉਹ ਟੈਂਪਰੇਚਰ ਥੋੜਾ ਡਿੱਗਦਾ ਹੋਇਆ ਸਾਨੂੰ ਇਹ ਮਹਿਸੂਸ ਹੋਵੇਗਾ। ਤੁਸੀਂ ਦੇਖ ਪਾ ਰਹੇ ਹੋ ਇੱਥੋਂ ਹੁਣ ਅਸੀਂ ਪਹਾੜਾਂ ਦੀ ਉਚਾਈ ਤੋਂ ਦੇਖ ਸਕਦੇ ਹਾਂ ਕਿ ਥੱਲੇ ਦਾ ਸਾਨੂੰ ਨਜ਼ਾਰਾ ਕਿਵੇਂ ਨਜ਼ਰ ਆ ਰਿਹਾ। ਉਹ ਸਾਹਮਣੇ ਸਾਨੂੰ ਹੇਠਾਂ ਗੋਬਿੰਦ ਧਾਮ ਨਜ਼ਰ ਆ ਰਿਹਾ। ਸੋ ਸਾਧ ਸੰਗਤ ਜੀ, ਹੁਣ ਤੱਕ ਅਸੀਂ 2 ਕਿਲੋਮੀਟਰ ਦੇ ਤਕਰੀਬਨ ਜਿਹੜੀ ਚੜ੍ਹਾਈ ਉਹ ਚੜ੍ਹ ਚੁੱਕੇ ਹਾਂ। ਸੋ ਹੁਣ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾਵਾਂਗੇ ਸਾਡਾ ਜਿਹੜਾ ਸਫ਼ਰ ਹੈ ਉਹ ਵੀ ਹੌਲੀ ਹੌਲੀ ਘਟਦਾ ਜਾਏਗਾ। ਸੋ ਹੁਣ ਤੁਸੀਂ ਹੁਣ ਦੇਖ ਪਾ ਰਹੇ ਹੋ ਵੀ ਹੁਣ ਸਾਡੀ ਸ਼੍ਰੀ ਹੇਮਕੁੰਟ ਸਾਹਿਬ ਲਈ ਯਾਤਰਾ ਹੈ ਉਹ 4 ਕਿਲੋਮੀਟਰ ਤੱਕ ਦੀ ਰਹਿ ਗਈ ਹੈ। ਸੋ ਹੁਣ ਅਸੀਂ ਅੱਗੇ ਦਾ ਜਿਹੜਾ 4 ਕਿਲੋਮੀਟਰ ਦਾ ਸਫ਼ਰ ਹੈ ਉਹ ਵੀ ਇਸੇ ਤਰ੍ਹਾਂ ਨਾਲ ਪੈਦਲ ਹੀ ਜਾਰੀ ਰੱਖਾਂਗੇ। ਸੋ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਸੰਗਤਾਂ ਨੇ ਉਹ ਹੌਲੀ ਹੌਲੀ ਚੜ੍ਹਾਈ ਚੜ੍ਹ ਰਹੀਆਂ ਨੇ। ਸੋ ਖੜੀ ਚੜ੍ਹਾਈ ਹੋਣ ਕਰਕੇ ਸੰਗਤਾਂ ਨੂੰ ਥੋੜਾ ਸਮਾਂ ਜ਼ਰੂਰ ਲੱਗਦਾ ਹੈ। ਸੋ ਸੰਗਤਾਂ ਇੱਥੇ ਸੈਲਫੀਆਂ ਵੀ ਨਾਲ ਦੀ ਨਾਲ ਖਿੱਚਦੀਆਂ ਰਹਿੰਦੀਆਂ ਨੇ ਤਾਂ ਜੋ ਜਿਹੜੀ ਮੈਮਰੀਜ਼ ਹੈ ਉਸ ਨੂੰ ਕੈਮਰੇ ਵਿੱਚ ਰਿਕਾਰਡ ਕਰਕੇ ਰੱਖਿਆ ਜਾ ਸਕੇ। ਸੋ 2 ਕਿਲੋਮੀਟਰ ਦੀ ਚੜ੍ਹਾਈ ਬਾਕੀ ਰਹਿ ਜਾਣ ਤੇ ਸਾਨੂੰ ਬਰਫ਼ ਦੀਆਂ ਪਹਾੜੀਆਂ ਅਤੇ ਗਲੇਸ਼ੀਅਰ ਵਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ ਜਿੱਥੇ ਸੰਗਤਾਂ ਫੋਟੋ ਖਿਚਵਾਉਂਦੀਆਂ ਹਨ। ਸੋ 1.5 ਕਿਲੋਮੀਟਰ ਦਾ ਸਫ਼ਰ ਰਹਿ ਜਾਣ ਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਨੂੰ ਜਾਣ ਲਈ 1200 ਪੌੜੀਆਂ ਨਜ਼ਰ ਆਉਂਦੀਆਂ ਹਨ। ਕੁਝ ਸੰਗਤਾਂ ਇਹਨਾਂ ਪੌੜੀਆਂ ਰਾਹੀਂ ਗੁਰਦੁਆਰਾ ਸਾਹਿਬ ਜਾਂਦੀਆਂ ਹਨ ਅਤੇ ਕੁਝ ਸੰਗਤਾਂ ਆਮ ਰਸਤੇ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਕਰਦੀਆਂ ਹਨ। ਸੋ ਰਾਹ ਵਿੱਚ ਸਾਨੂੰ ਕਈ ਗਲੇਸ਼ੀਅਰ ਦੇ ਪਹਾੜ ਅਤੇ ਫੁੱਲਾਂ ਦੇ ਸੋਹਣੇ ਬੂਟੇ ਵੇਖਣ ਨੂੰ ਮਿਲਦੇ ਹਨ। ਸਾਧ ਸੰਗਤ ਜੀ, ਜੂਨ ਤੋਂ ਅਕਤੂਬਰ ਮਹੀਨੇ ਤੋਂ ਬਾਅਦ ਜਦੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬੰਦ ਹੋ ਜਾਂਦੀ ਹੈ ਤਾਂ ਜਿਹੜੇ ਰਸਤੇ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਰਸਤਿਆਂ ਵਿੱਚ 30 ਤੋਂ 35 ਫੁੱਟ ਤੱਕ ਜਿਹੜੀ ਬਰਫ਼ ਹੈ ਉਹ ਪੈ ਜਾਂਦੀ ਹੈ ਜਿਸ ਕਾਰਨ ਇੱਥੇ ਕਿਸੇ ਦੀ ਆਵਾਜਾਈ ਨਹੀਂ ਹੁੰਦੀ। ਸੋ ਹੁਣ ਤੁਸੀਂ ਇੱਕ ਦੁਬਾਰਾ ਝਰਨਾ ਦੇਖ ਪਾ ਰਹੇ ਹੋ। ਇਹ ਸਾਡੇ ਕੋਲ ਲਕਸ਼ਮਣ ਗੰਗਾ ਧਾਰਾ। ਸੋ ਇਹ ਧਾਰਾ ਉੱਪਰੋਂ ਸ਼੍ਰੀ ਹੇਮਕੁੰਟ ਸਾਹਿਬ ਤੋਂ ਵਹਿੰਦੀ ਹੋਈ ਹੇਠਾਂ ਵੱਲ ਨੂੰ ਸ਼੍ਰੀ ਗੋਬਿੰਦ ਧਾਮ ਤੋਂ ਹੁੰਦੇ ਹੋਏ ਹੇਠਾਂ ਵੱਲ ਨੂੰ ਜਾ ਰਹੀ ਹੈ। ਸੋ ਇੱਥੇ ਵੀ ਸੰਗਤਾਂ ਸੈਲਫੀਆਂ ਅਤੇ ਇਸ ਯਾਦਗਾਰੀ ਪਲ ਨੂੰ ਆਪਣੇ ਕੈਮਰੇ ਵਿੱਚ ਰਿਕਾਰਡ ਕਰਦੀਆਂ ਹਨ। ਸੋ ਜਿਵੇਂ ਹੀ ਅਸੀਂ ਅੱਗੇ ਥੋੜ੍ਹੀ ਦੂਰੀ 'ਤੇ ਹੋਰ ਜਾਵਾਂਗੇ ਤਾਂ ਸਾਨੂੰ ਬਰਫ਼ ਦੇ ਜਿਹੜੇ ਗਲੇਸ਼ੀਅਰ ਜਾਂ ਬਰਫ਼ ਦੀਆਂ ਚੱਟਾਨਾਂ ਉਹ ਸਾਨੂੰ ਇੱਥੇ ਦਿਖਾਈ ਦੇ ਜਾਣਗੀਆਂ। ਸੋ ਇੱਥੇ ਵੀ ਸੰਗਤਾਂ ਬਰਫ਼ ਦਾ ਲੁਤਫ ਉਠਾਉਂਦੀਆਂ ਨੇ ਅਤੇ ਹੌਲੀ ਹੌਲੀ ਅੱਗੇ ਨੂੰ ਵਧਦੀਆਂ ਜਾਂਦੀਆਂ ਹਨ। ਸੋ ਇੱਥੋਂ ਥੋੜ੍ਹੀ ਜਿਹੀ ਅੱਗੇ ਵਧਣ ਤੋਂ ਬਾਅਦ ਤੁਹਾਨੂੰ ਫੁੱਲਾਂ ਦੇ ਜਿਹੜੇ ਬੂਟੇ ਆ ਉਹ ਤੁਹਾਨੂੰ ਇੱਥੇ ਪਹਾੜ 'ਤੇ ਖਿੜੇ ਹੋਏ ਦਿਖਾਈ ਦੇਣਗੇ। ਸੋ ਇਸ ਤੋਂ ਥੋੜ੍ਹੀ ਜਿਹੀ ਗਾਂਹ ਹੋਰ ਵਧਣ 'ਤੇ ਤੁਹਾਨੂੰ ਫੇਰ ਬਰਫ਼ ਦੀਆਂ ਜਿਹੜੇ ਗਲੇਸ਼ੀਅਰ ਉਹ ਰਸਤੇ ਦੇ ਕੰਢੇ 'ਤੇ ਜੰਮੇ ਹੋਏ ਦਿਖਾਈ ਦੇਣਗੇ। ਉਸ ਤੋਂ ਬਾਅਦ ਹੁਣ ਅਸੀਂ ਤਕਰੀਬਨ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਤੋਂ 500 ਮੀਟਰ ਦੀ ਦੂਰੀ 'ਤੇ ਰਹਿ ਚੁੱਕੇ ਹਾਂ। ਸੋ ਜਿਵੇਂ ਹੀ ਅਸੀਂ ਥੋੜ੍ਹਾ ਹੋਰ ਗਾਂਹ ਵਧਾਂਗੇ ਸੋ ਗਾਂਹ ਵਧਣ ਦੇ ਨਾਲ ਹੀ ਸਾਨੂੰ ਦੁਬਾਰਾ ਤੋਂ ਕਾਫੀ ਸਾਰੇ ਜਿਹੜੇ ਬਰਫ਼ ਦੇ ਗਲੇਸ਼ੀਅਰ ਜੰਮੇ ਹੋਏ ਸਾਨੂੰ ਦਿਖਾਈ ਦੇਣਗੇ। ਥੋੜ੍ਹੀ ਦੂਰੀ ਤੈਅ ਕਰਨ ਤੋਂ ਬਾਅਦ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਐਂਟਰੈਂਸ 'ਤੇ ਪਹੁੰਚ ਚੁੱਕੇ ਹਾਂ। ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ 15,200 ਫੀਟ ਦੀ ਉਚਾਈ 'ਤੇ ਸਥਿਤ ਹੈ ਅਤੇ ਇਸ ਦੇ ਨਾਲ ਹੀ ਇੱਕ ਪਵਿੱਤਰ ਸਰੋਵਰ ਹੈ ਜਿਸ ਸੰਗਤਾਂ ਸਭ ਤੋਂ ਪਹਿਲਾਂ ਪਹੁੰਚ ਕੇ ਇਸ਼ਨਾਨ ਕਰਦੀਆਂ ਹਨ। ਇੱਥੇ ਇਸ਼ਨਾਨ ਕਰਨ ਤੋਂ ਬਾਅਦ ਸੰਗਤਾਂ ਦੀ ਸਾਰੀ ਥਕਾਨ ਮਿਟ ਜਾਂਦੀ ਹੈ। ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ 7 ਗਲੇਸ਼ੀਅਰ ਦੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਅਤੇ ਇਸ ਦੇ ਇੱਕ ਪਾਸੇ ਨੀਲਕੰਠ ਪਰਬਤ ਹੈ ਅਤੇ ਇਹਨਾਂ 7 ਪਹਾੜੀਆਂ 'ਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਹਨ। ਸੋ ਸਾਧ ਸੰਗਤ ਜੀ, ਇਹ ਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਰਪਿਤ ਹੈ ਜਿੱਥੇ ਉਹਨਾਂ ਨੇ ਆਪਣੇ ਪਿਛਲੇ ਜਨਮ ਵਿੱਚ ਕਈ ਸਾਲਾਂ ਤੱਕ ਤਪ ਕੀਤਾ ਸੀ ਅਤੇ ਕਈ ਸਾਲਾਂ ਦੇ ਤਪ ਕਰਨ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਵਰਤਮਾਨ ਜੀਵਨ ਪ੍ਰਾਪਤ ਹੋਇਆ ਸੀ।
ਸੋ ਇਸ ਸਥਾਨ ਦੀ ਖੋਜ ਕੁਝ ਗੁਰਸਿੱਖਾਂ ਸੰਤ ਸੋਹਣ ਸਿੰਘ ਜਟੇਰੀ ਵਾਲੇ, ਹਵਲਦਾਰ ਮੋਦਨ ਸਿੰਘ ਅਤੇ ਭਾਈ ਵੀਰ ਸਿੰਘ ਜੀ ਨੇ ਇਸ ਸਥਾਨ ਦੀ ਖੋਜ ਕੀਤੀ ਸੀ। ਸੋ ਉੱਤਰਾਖੰਡ ਸੂਬੇ ਦੇ ਸ਼ਹਿਰ ਹਰਿਦੁਆਰ ਤੋਂ ਅੰਦਾਜ਼ਨ 291 ਕਿਲੋਮੀਟਰ ਦੂਰ, ਸਮੁੰਦਰ ਤਲ ਤੋਂ ਅੰਦਾਜ਼ਨ 15,200 ਫੁੱਟ ਦੀ ਉਚਾਈ ਤੇ ਸਥਿਤ ਅਤੇ ਚੀਨ ਦੀ ਸਰਹੱਦ ਤੋਂ 35 ਤੋਂ 40 ਕਿਲੋਮੀਟਰ ਦੂਰ ਇਸ ਅਸਥਾਨ ਤੇ ਤਿੰਨ ਪਾਸੇ ਹੇਮਕੁੰਟ ਪਰਬਤਮਾਲਾ ਦੀਆਂ 7 ਚੋਟੀਆਂ ਹਨ ਅਤੇ ਚੌਥੇ ਪਾਸੇ ਨੀਲਕੰਠ ਪਰਬਤ ਸਥਿਤ ਹੈ। ਸੋ ਸਾਲ ਵਿੱਚ 4 ਤੋਂ 5 ਮਹੀਨੇ ਬਰਫ਼ ਨਾਲ ਲੱਦੀਆਂ ਅਤੇ ਅਸਮਾਨ ਛੂੰਹਦੀਆਂ ਪਹਾੜੀ ਚੋਟੀਆਂ ਨਾਲ ਘਿਰੇ ਇਸ ਸਥਾਨ ਤੇ ਭਰ ਸਰਦੀਆਂ ਵਿੱਚ ਕਈ ਵਾਰ ਤਾਂ 30 ਤੋਂ 35 ਫੁੱਟ ਤੱਕ ਬਰਫ਼ ਪੈ ਜਾਂਦੀ ਹੈ। ਸੋ ਅਸਥਾਨ ਦੀ ਉਸਾਰੀ ਸਮੰਤ ਨਾਨਕ ਸ਼ਾਹੀ 468 ਭਾਵ 1936 ਈਸਵੀ ਵਿੱਚ ਹੋਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਗਸਤ ਸਤੰਬਰ 1937 ਈਸਵੀ ਵਿੱਚ ਕੀਤਾ ਗਿਆ। ਸੋ ਸਾਧ ਸੰਗਤ ਜੀ, ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਦੇ ਨਾਲ ਹੀ ਪਵਿੱਤਰ ਸਰੋਵਰ ਸਥਿਤ ਹੈ, ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੀ ਸਾਰੀ ਥਕਾਨ ਦੂਰ ਕਰ ਲੈਂਦੀਆਂ ਹਨ। ਅਤੇ ਇਸ ਸਰੋਵਰ ਦਾ ਜਿਹੜਾ ਜਲ ਹੈ ਉਹ ਬਹੁਤ ਠੰਡਾ ਹੁੰਦਾ ਹੈ। ਸੋ ਇੱਥੇ ਇਸ਼ਨਾਨ ਕਰਨ ਤੋਂ ਬਾਅਦ ਸਾਨੂੰ ਆਪਣੀ ਸਾਰੀ ਥਕਾਨ ਮਿਟਦੀ ਹੋਈ ਨਜ਼ਰ ਆਉਂਦੀ ਹੈ ਅਤੇ ਇਸ ਸਰੋਵਰ ਦੀ ਪਰਿਕਰਮਾ 1.5 ਤੋਂ 1.5 ਕਿਲੋਮੀਟਰ ਤੱਕ ਦੀ ਹੈ। ਸੋ ਇਸ ਸਰੋਵਰ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਬਰਫ਼ ਜੰਮੀ ਰਹਿੰਦੀ ਹੈ ਅਤੇ ਇਸ ਸਰੋਵਰ ਦਾ ਜਿਹੜਾ ਜਲ ਹੈ ਉਹ ਸਾਫ਼ ਅਤੇ ਸ਼ੀਸ਼ੇ ਵਾਂਗ ਸਾਫ਼ ਦਿਖਾਈ ਦਿੰਦਾ ਹੈ। ਸੋ ਕਈ ਸੰਗਤਾਂ ਇੱਥੋਂ ਜਲ ਭਰ ਕੇ ਆਪਣੇ ਰਿਸ਼ਤੇਦਾਰਾਂ ਲਈ ਵੀ ਲੈ ਕੇ ਜਾਂਦੀਆਂ ਹਨ। ਸੋ ਇਸ਼ਨਾਨ ਕਰਨ ਤੋਂ ਬਾਅਦ ਹੁਣ ਅਸੀਂ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਚੱਲਦੇ ਹਾਂ। ਇਹੋ ਨਿਧਾਨ ਜਪੇ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ ਵੇਦ ਵਖਾਣੀ। ਸਗਲ ਮਤਾਂ ਸੋ ਸਾਧ ਸੰਗਤ ਜੀ, ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਵਿਖੇ ਇੱਕ ਲੰਗਰ ਹਾਲ ਵੀ ਹੈ, ਜਿੱਥੇ ਸੰਗਤਾਂ ਨੂੰ ਖਿਚੜੀ ਅਤੇ ਚਾਹ ਦੇ ਲੰਗਰ ਵਰਤਾਏ ਜਾਂਦੇ ਹਨ। ਸੋ ਅਸੀਂ ਵੀ ਹੁਣ ਇੱਥੇ ਚਾਹ ਤੇ ਖਿਚੜੀ ਦਾ ਲੰਗਰ ਛਕਾਂਗੇ। ਸੋ ਜਿਵੇਂ ਕਿ ਤੁਸੀਂ ਹੁਣ ਦੇਖ ਪਾ ਰਹੇ ਹੋ। ਸੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ? ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਆਪਣੇ ਕਮੈਂਟ ਜ਼ਰੂਰ ਦਿਓ। ਧੰਨਵਾਦ।